ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋਗੀ ਆਪ ਹਰੀ ਸਿਮਰਨ ਦਾ ਦਾਰੂ ਦੱਸ ਰਹੇ ਹੋ, ਕਿਉਂ ਇਹ ਸਾਧਨ ਵਿਸ਼ੇਸ਼ ਹੈ ਹੋਰਨਾਂ ਯੋਗ ਆਦਿਕਾਂ ਤੋਂ? ਗੁਰੂ ਜੀ, ਸਭ ਸਾਧਨ ਕਾਲ ਦੇ ਕਿਸੇ ਭਾਵ ਵਿੱਚ ਕਰੀਦੇ ਹਨ। ਨਾਮ ਸਰਬ ਕਾਲ ਵਿੱਚ ਜਾਰੀ ਹੋ ਜਾਂਦਾ ਹੈ। ਇਸ ਦਾ ਲਗਾਤਾਰ ਪ੍ਰਵਾਹ ਮਨ ਨੂੰ ਅੰਤਰਮੁਖ ਆਪੇ ਵਿੱਚ ਟਿਕਣ ਦਾ ਤੇ ਪਰਮਾਤਮਾ ਦੀ ਛੋਹ ਵਿੱਚ ਰਹਿਣ ਦਾ ਲਗਾਤਾਰੀ ਰੁਖ ਪਾ ਦਿੰਦਾ ਹੈ। ਪਰਮਾਤਮਾ ਦੀ ਲਗਾਤਾਰੀ ਛੋਹ ਅੰਦਰਲੇ ਨੂੰ ਉੱਚਾ ਤੇ ਅਸੰਗ ਰੱਖਦੀ ਹੈ। ਗਾਫਲ ਹੋ ਕੇ ਜੋ ਮਨ ਦਾ ਪ੍ਰਵਾਹ ਮੁੜ ਕੇ ਬਾਹਰ ਮੁੱਖ ਭੋਗਾਂ ਵਿੱਚ ਜਾ ਪੈਂਦਾ ਤੇ ਵਾਸ਼ਨਾ ਦੇ ਪ੍ਰਵਾਹ ਵਿੱਚ ਰੁੜਦਾ ਹੈ, ਉਸ ਤੋਂ ਉਲਟ ਲਗਾਤਾਰੀ ਝੁਕਾਅ ਅੰਦਰ ਨੂੰ ਬਣ ਜਾਂਦਾ ਹੈ। ਇਹ ਪ੍ਰਵਾਹ ਨਿਰੰਤਰ ਮੇਲ ਵਿੱਚ ਰੱਖਦਾ ਹੈ ਨਿਰੰਕਾਰ ਨਾਲ। ਇਹ ਪ੍ਰਵਾਹ ਹਉਮੈ ਤੋਂ ਬੇਮਾਲੂਮ ਵਿੱਥ ਦੇਈ ਰੱਖਦਾ ਹੈ। ਜੇ ਹੋਂ ਜ਼ੋਰ ਮਾਰੇ ਤਾਂ ਇਹ ਨਿਤ ਜਾਰੀ ਪ੍ਰਵਾਹ ਪਤਾ ਦੇ ਦਿੰਦਾ ਹੈ। ਹੋਂ ਨੂੰ ਮਾਰ ਕੱਢਦਾ ਹੈ ਤੇ ਫਿਰ ਸਵੱਛਤਾ ਲੈ ਆਉਂਦਾ ਹੈ। ਜਿਵੇਂ ਵਗਦਾ ਜਲ ਕਿਸੇ ਸ਼ੈ ਨੂੰ ਆਪਣੇ ਅੱਗੇ ਟਿਕਣ ਨਹੀਂ ਦਿੰਦਾ ਤੇ ਕਿਸੇ ਮੈਲ ਨੂੰ ਜਮ੍ਹਾਂ ਨਹੀਂ ਹੋਣ ਦਿੰਦਾ। ਜੋਗੀ, ਠੀਕ, ਜੋਗੀ ਸਾਧਨਾ ਵਿੱਚ ਵੀ ਸਵਾਧਿਆਏ ਲਿਖਿਆ ਹੈ। ਪਹਿਲਾ ਕਰਮ ਇਹ ਹੈ, ਪਰ ਹੁਣ ਸਵਾਧਿਆਏ ਦਾ ਅਰਥ ਕਰਦੇ ਹਨ ਸ਼ਾਸਤਰ ਕੋਖਣੀ। ਮੈਨੂੰ ਹੁਣ ਆਪ ਦੇ ਉੱਚੇ ਉਪਦੇਸ਼ ਤੋਂ ਖਿਆਲ ਆਇਆ ਹੈ ਕਿ ਇਸ ਦਾ ਅਰਥ ਦਾ ਨਾਮ ਹੋਣਾ ਚਾਹੀਦਾ ਹੈ। ਆਪਣੇ ਆਪ ਅਧਿਐਨ ਕਰਨਾ ਜਾਂ ਆਪਣੇ ਆਪ ਨੂੰ ਉਚਾਰ ਕੇ ਸੁਣਾਉਣਾ ਤਾਂ ਹੋਇਆ ਜਪਣਾ। ਠੰਡਾ ਸਾਹ ਭਰ ਕੇ, ਪਰ ਹਾਏ ਕੰਨ ਨੂੰ ਸੋਝੀ ਪੈਂਦੀ ਹੈ ਅਵਤਾਰ ਆਏ ਬਿਨਾ। ਆਪ ਸੱਚਮੁੱਚ ਧੁਰ ਤੋਂ ਹੋ, ਕਰੋ ਨਾ ਕਿਰਪਾ। ਗੁਰੂ ਜੀ, ਹਰ ਸ਼ੈ ਲਈ ਉਸ ਦੇ ਅਨੁਕੂਲ ਸਮਾਨ ਵੀ ਚਾਹੀਦਾ ਹੈ। ਜਿਵੇਂ ਕਣਕ ਦੇ ਉੱਗਣ ਲਈ ਠੰਡ ਤੇ ਪੱਕਣ ਲਈ ਗਰਮੀ, ਤਿਵੇਂ ਨਾਮ ਦੀ ਪ੍ਰਾਪਤੀ ਲਈ ਦਾਤੇ ਦਾ ਸੰਗ ਤੇ ਕਮਾਈ ਲਈ ਹਰਜਨ ਦਾ ਸੰਗ ਕਰੀਦਾ ਹੈ। ਨਾਮ ਸਿਮਰਨ ਤੋਂ ਹਰੀ ਰਸ ਮਿਲਦਾ ਹੈ। ਇਹ ਪਰਮ ਆਨੰਦ ਹੈ, ਇਹ ਅੰਮ੍ਰਿਤ ਹੈ। ਫਿਰ ਮਾਇਆ ਜਾਂ ਹਉਮੈ ਦੀ ਸਰਪਣੀ ਦਾ ਡੰਗ ਨਹੀਂ ਚੱਲ ਸਕਦਾ ਤੇ ਕਾਇਆ ਛੱਡਿਆਂ ਜਮ ਉਸ ਵੱਲ ਤੱਕ ਨਹੀਂ ਸਕਦੇ। ਜੋਗੀ, ਸਵਾਦ ਆ ਗਿਆ ਹੈ। ਆਪ ਦਾ ਮਤਾ ਹੈ ਕਿ ਨਾਮ ਤੁਲ ਕੁਛ ਨਹੀਂ। ਗੁਰੂ ਜੀ, ਰਾਮ ਨਾਮ ਸਰ ਅਵਰ ਨਾ ਪੂਜੇ। ਕੋਈ ਸਾਧਨ ਇਸ ਤੁਲ ਨਹੀਂ ਹੈ। ਧੁਰ ਦੀ ਸੇਵਾ ਨਿਰੰਕਾਰ ਦਾ ਨਾਮ ਰਵਣਾ ਹੀ ਹੈ। ਇਸ ਤੋਂ ਬਿਨਾਂ ਹੋਰ ਹੱਠ ਕਰਮਾਂ ਦੀ ਲੋੜ ਨਹੀਂ। ਸਹਿਜ ਵਿੱਚ ਰਹੇ, ਸ਼ੁਭ ਕਰਮ ਕਰੇ। ਸ਼ੁਭ ਕਰਮਾਂ ਦੀ ਹੋ ਨਾ ਧਾਰੇ, ਪਰ ਹੋ ਵੀ ਨਿਵਰਤੇਗੀ ਨਾਮ ਅਭਿਆਸ ਨਾਲ। ਜੋਗੀ ਜੀ, ਜੋ ਉਪਕਾਰ ਕਰਦੇ ਹੋ ਕਰੋ, ਜੋ ਨਿਰੇ ਹੱਠ ਦੇ ਸਾਧਨ ਥੋੜਾ ਕਾਲ ਕਰਦੇ ਹੋ ਛੋੜ ਦਿਓ। 8 ਪੈਰ ਲਗਾਤਾਰ ਨਿਰੰਕਾਰ ਦਾ ਸਿਮਰਨ ਅੰਦਰ ਵਸਾਓ। ਜੁੜ ਜਾਓ ਤੇ ਸਦਾ ਜੁੜੇ ਹੋਏ ਸਭ ਕੁਝ ਕਰੋ। ਤੁਸੀਂ ਭਲੇ ਪੁਰਖ ਹੋ, ਆਪ ਸਾਧੂ ਹੋ, ਪਰ ਹੁਣ ਸਾਈਂ ਚਰਨਾਂ ਨਾਲ ਲਿਵਦੀ ਡੋਰ ਲਗਾ ਲਓ। ਲੱਗੀ ਰਹੇ, ਕਦੇ ਫਿਰ ਟੁੱਟੇ ਨਹੀਂ। ਇਉਂ ਜੁੜੇ ਹੋਏ ਰਹੋ ਤੇ ਵਿਚਰੋ। ਇਹੋ ਉਪਦੇਸ਼ ਕਰਨਾ ਆਪਣੇ ਮਗਰ ਲੱਗਣ ਵਾਲਿਆਂ ਨੂੰ। ਸਭ ਨੇਕੀਆਂ ਚੰਗੀਆਂ ਹਨ, ਪਰ ਨਿਰੰਕਾਰ ਅੰਦਰ ਵਸਾ ਕੇ ਨੇਕੀ ਐਸੀ ਸ਼ੈ ਹੈ ਜੈਸੇ ਏਕੇ ਦੇ ਅੱਗੇ ਬਿੰਦੀ 10 ਗੁਣਾ ਕੀਮਤ ਵਧਾ ਦਿੰਦੀ ਹੈ। ਸਾਈਂ ਸਿਰਜਣਹਾਰ ਨਾਲੋਂ ਟੁੱਟੇ ਰਹਿ ਕੇ ਜੋ ਨੇਕੀ ਕਰੀਦੀ ਹੈ, ਬਦੀ ਤੋਂ ਬਹੁਤ ਚੰਗੀ ਹੈ, ਪਰ ਕਲਿਆਣਕਾਰੀ ਨਹੀਂ। ਨੇਕੀ ਕਰਨੀ ਹੈ ਪਰ ਸਾਈਂ ਨਾਲ ਜੁੜੇ ਰਹਿ ਕੇ, ਕਿਉਂਕਿ ਅੰਦਰੋਂ ਸਾਈਂ ਨਾਲ ਲੱਗਣ ਤੋਂ ਬਿਨਾਂ ਜੋ ਨੇਕੀ ਕਰਦੇ ਹਨ, ਅਕਸਰ ਦੇਖਿਆ ਗਿਆ ਹੈ ਕਿ ਉਹ ਅੰਤ ਨੇਕੀ ਤੋਂ ਥੱਕ ਤੇ ਅੱਕ ਜਾਂਦੇ ਹਨ। ਇਸ ਤਰ੍ਹਾਂ ਦੇ ਵਾਰਤਾਲਾਪ ਮਗਰੋਂ ਸ੍ਰੀ ਗੁਰੂ ਜੀ ਉੱਥੋਂ ਰਵਦੇ ਰਹੇ। ਜੋ ਗੱਲਬਾਤ ਉੱਪਰ ਵਿਸਤਾਰ ਨਾਲ ਆਈ ਹੈ, ਸੋ ਸ੍ਰੀ ਗੁਰੂ ਜੀ ਨੇ ਨਿਜਕ੍ਰਿਤ ਇੱਕ ਸ਼ਬਦ ਵਿੱਚ ਹੈ, ਜਿਸ ਵਿੱਚ ਸੰਖੇਪ ਰੂਪ ਵਿੱਚ ਪਰ ਉਂਝ ਖੋਲ ਕੇ ਸਤਿਗੁਰੂ ਜੀ ਨੇ ਸਾਰੀ ਵਿਆਖਿਆ ਦੱਸੀ ਹੈ। ਰਾਮ ਕਲੀ ਮਹੱਲਾ ਪਹਿਲਾ ਅਸ਼ਟਪਦੀਆ। ਹੱਟ ਨਿਗਰੈ ਕਰ ਕਾਇਆ ਛੀਜੈ, ਵਰਤ ਤਪਨ ਕਰ ਮਨ ਨਹੀਂ ਪੀਜੈ। ਰਾਮ ਨਾਮ ਸਰ ਅਵਰ ਨਾ ਪੂਜੇ, ਗੁਰ ਸੇਵ ਮਨਾ ਹਰ ਜਨ ਸੰਗ ਕੀਜੈ। ਜਮ ਚੰਦਾਰ ਜੋਹਿ ਨਹੀਂ ਸਾਕੇ, ਸਰਪਣ ਡਸ ਨਾ ਸਕੇ ਹਰ ਕਾ ਰਸ ਪੀਜੇ। ਰਹਾਉ ਵਾਦ ਪੜੇ ਰਾਗੀ ਜਗ ਪੀਜੇ, ਤ੍ਰੈ ਗੁਣ ਬਿਖਿਆ ਜਨਮ ਮਰੀਜੇ। ਰਾਮ ਨਾਮ ਬਿਨ ਦੁਖ ਸਹੀਜੇ। ਅਰਥ ਭਾਵ, ਸਰੀਰ ਦੀਆਂ ਇੰਦਰੀਆਂ ਦੇ ਵੇਗ ਕੇਵਲ ਹੱਠ ਧਾਰ ਕੇ ਰੋਕਣ ਵਾਲੇ ਦੇ ਹੀ ਕਮਜ਼ੋਰ ਹੁੰਦੀ ਹੈ। ਵਰਤ ਤਪਾ ਨਾਲ ਮਨ ਭਿੱਜਦਾ ਨਹੀਂ, ਕਠੋਰ ਹੁੰਦਾ ਹੈ। ਵਾਹਿਗੁਰੂ ਜੀ ਦੇ ਨਾਮ ਬਰਾਬਰ ਕੋਈ ਨੇਕੀ ਨਹੀਂ ਹੈ। ਹੇ ਮਨਾ, ਸਤਿਗੁਰੂ ਜੀ ਦੀ ਸੇਵਾ ਕਰਕੇ ਹਰ ਨਾਮ ਰਸ ਨੂੰ ਪੀ ਤੇ ਵਾਹਿਗੁਰੂ ਜੀ ਦੇ ਪਿਆਰਿਆਂ ਦਾ ਸਤਸੰਗ ਕਰ, ਤਾਂ ਇੱਥੇ ਹਉਮੈ ਤੇ ਮਾਇਆ ਰੂਪੀ ਸਪਣੀ ਡੰਗੇਗੀ ਨਹੀਂ। ਪਰ ਲੋਕ ਵਿੱਚ ਡੰਡਾ ਫੜ ਕੇ ਤਾੜਨ ਵਾਲਾ ਜਮ ਤੇਰੀ ਵੱਲ ਕੋੜੀ ਨਜ਼ਰ ਪਾ ਕੇ ਤੱਕ ਵੀ ਨਾ ਸਕੇਗਾ। ਭਾਵ, ਲੋਕ ਸੁਖੀ ਤੇ ਪਰਲੋਕ ਵੀ ਸੁਖੀ ਹੋਸੇ। ਸ਼ਾਸਤਰ ਪੜ੍ਹ ਕੇ ਵਾਦ ਜ਼ੁਬਾਨੀ ਤਾਂ ਕਰਦਾ ਹੈ, ਪਰ ਚਿੱਤ ਵਿੱਚ ਪਦਾਰਥਾਂ ਦਾ ਨਿਹੋ ਲੱਗਾ ਰਹਿੰਦਾ ਹੈ।
ਭਾਵ ਕਥਨੀ ਸੁਣ ਕੇ ਜਗਤ ਤਾਂ ਖੁਸ਼ ਹੁੰਦਾ ਹੈ, ਪਰ ਜਦ ਤੱਕ ਆਪਣੇ ਤ੍ਰੈਗੁਣੀ ਮਾਇਆ ਵਿੱਚ ਜਕੜਿਆ ਪਿਆ ਹੈ ਤਦ ਤੱਕ ਜੰਮਦਾ ਮਰਦਾ ਰਹਿੰਦਾ ਹੈ। ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਇੱਥੇ ਉੱਥੇ ਦੁੱਖ ਹੀ ਸਹਿੰਦਾ ਹੈ। ਭਾਵੇਂ ਮੂਲ ਬੰਦ ਕਰਕੇ ਪ੍ਰਾਣਾਯਾਮ ਦੁਆਰਾ ਪ੍ਰਾਣ 10ਵੇਂ ਦੁਆਰ ਵੱਲ ਚੜਾਉਂਦਾ ਹੈ ਤੇ ਨਿਓਲੀ, ਬਸਤੀ, ਗੱਜ ਕਰਨੀ, ਤਰਾਟਕ, ਤੋਤੀ, ਨੇਤੀ ਇਹ ਹੱਠ ਯੋਗ ਦੇ 6 ਕਰਮ ਵੀ ਕਰਦਾ ਹੈ, ਪਰ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਸਵਾਸਥ ਬਿਰਥੇ ਲੈ ਰਿਹਾ ਹੈ। ਮਨ ਦੇ ਅੰਦਰ 5 ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਇਹ ਅੱਗਾਂ ਲੱਗ ਰਹੀਆਂ ਹਨ। ਇਹਨਾਂ ਅੱਗਾਂ ਦੇ ਬੁੱਝੇ ਬਿਨਾਂ ਮਨ ਵਿੱਚ ਟਿਕਾਊ ਕਿਵੇਂ ਆਵੇ? ਅੰਦਰ ਸਾਈਂ ਸਿਮਰਨ ਦਾ ਅੰਮ੍ਰਿਤ ਰਸ ਚੋਰ ਲੁੱਟ ਰਹੇ ਹਨ, ਉਸ ਅੰਮ੍ਰਿਤ ਦਾ ਸਵਾਦ ਕਿਵੇਂ ਲੈ ਸਕੇ? ਇੱਕੋ ਹੀ ਉਪਾਅ ਹੈ, ਸਤਿਗੁਰੂ ਦੇ ਸਨਮੁਖ ਹੋ ਕੇ ਨਾਮ ਜਪੇ ਤਾਂ ਇਹ ਕਾਇਆ ਦਾ ਕਿਲਾ ਫਤਿਹ ਕਰਕੇ ਆਪਣੇ ਵੱਸ ਕਰ ਲਵੇਗਾ। ਮੈਲ ਹੈ ਮਨ ਦੇ ਅੰਦਰ ਤੇ ਇਹ ਭਟਕਦਾ ਹੈ ਤੀਰਥਾਂ ਤੇ। ਜਦ ਤੱਕ ਮਨ ਸੁੱਚਾ ਨਹੀਂ, ਬਾਹਰ ਦੀ ਸੁੱਚਤਾ ਨੇ ਕੀ ਸਾਰਨਾ ਹੈ? ਪਰ ਕਰਮਾਂ ਦੇ ਚੱਕਰ ਬਾਹਰ ਮੁਖੀ ਫੋਕਟ ਕਰਮਾਂ ਵਿੱਚ ਇਸ ਨੂੰ ਭਟਕਾ ਰਹੇ ਹਨ। ਦੋਸ਼ ਕਿਸ ਨੂੰ ਦਈਏ? ਅੰਨ ਨਾ ਖਾਧਾ ਦੇਹੀ ਨੂੰ ਦਿੱਤਾ ਦੁੱਖ, ਪਰ ਸਤਿਗੁਰੂ ਦੇ ਗਿਆਨ ਬਿਨਾਂ ਤ੍ਰਿਸ਼ਨਾ ਆਸ਼ਾ ਨਾਲ ਭੁੱਖਾ ਮਨ ਤਾਂ ਤ੍ਰਿਪਤ ਨਾ ਹੋਇਆ। ਭਾਵ ਪ੍ਰਾਣਾਂ ਦੀ ਰੋਕੀ ਦੇਹੀ ਦੀ ਭੁੱਖ ਮਨ ਦੀ ਭੁੱਖ ਉਤਾਰਨ ਦਾ ਸਾਧਨ ਨਹੀਂ, ਸਗੋਂ ਦੁੱਖਦਾਈ ਹੋਈ। ਇਸ ਤਰ੍ਹਾਂ ਮਨਮੁਖਤਾ ਦੇ ਕੀਤੇ ਕਰਮ ਬਾਰ-ਬਾਰ ਜਨਮ ਮਰਨ ਦਾ ਕਾਰਨ ਹਨ। ਕਲਿਆਣ ਦਾ ਉਪਾਅ ਇਹੋ ਹੈ, ਸਤਿਗੁਰੂ ਤੋਂ ਨਾਮ ਉਪਦੇਸ਼ ਪੁੱਛ ਕੇ ਪਈਏ ਲੱਗ ਤੇ ਉਸ ਦੀ ਦ੍ਰਿੜਤਾ ਲਈ ਕਰੀਏ ਗੁਰਮੁਖਾਂ ਦਾ ਸਤਸੰਗ। ਜਦੋਂ ਮਨ ਹਰ ਨਾਮ ਵਿੱਚ ਗਿਆ ਰਚ ਤਾਂ ਫਿਰ ਜਨਮ ਮਰਨ ਨਹੀਂ ਹੁੰਦਾ। ਇਸ ਨਾਮ ਸਿਮਰਨ ਤੋਂ ਬਿਨਾਂ ਹੋਰ ਕਰਮ ਕੀ ਕਰਨੇ ਹਨ? ਇਹੋ ਸਰਵ ਸ਼੍ਰੋਮਣ ਕਰਮ ਹਨ। ਉਧਰ ਪੂਰਨਾ ਲਈ ਭੇਖ ਬਣਾਉਣੇ ਜਾਂ ਅੰਦਰ ਰੋਲਾ ਪਾਉਣ ਵਾਲੇ ਰਾਗ, ਦਵੈਕ, ਈਰਖਾ ਇਹਨਾਂ ਬਣਾਵਟੀ ਗੱਲਾਂ ਨੂੰ ਰੱਖੋ ਲਾਂਬੇ ਤੇ ਸਾਈਂ ਦੇ ਦਰ ਦੀ ਸੇਵਾ, ਨਾਮ ਦਾ ਕਰੋ ਜਾਪ। ਵਾਹਿਗੁਰੂ ਜੀ ਤੋਂ ਇਹ ਮੰਗੋ, ਹੇ ਪ੍ਰਭੂ ਕਿਰਪਾ ਕਰੋ, ਬਖਸ਼ੋ ਆਪਣਾ ਪਿਆਰਾ ਨਾਮ। ਵਾਹਿਗੁਰੂ। ਕਰਤਾਰਪੁਰ ਵਿੱਚ ਇਲਾਹੀ ਦਰਬਾਰ। ਸੂਚਨਾ, ਦਾਤਾ ਸਤਿਗੁਰੂ ਅਰਸ਼ਾਂ ਦਾ ਨੂਰ। ਸਤਿਗੁਰੂ ਹੁਣ ਕਰਤਾਰਪੁਰੇ ਵਿੱਚ ਜੋਤ ਜਗਾ ਰਿਹਾ ਹੈ। ਹੁਣ ਵਿਦੇਸ਼ੀ ਨਹੀਂ ਜਾਂਦਾ। ਦੂਰ ਦੂਰ ਥਾਈਂ ਤਪੱਸਿਆ ਕਰ ਰਹੀਆਂ ਅਣਪੁੱਗੀਆਂ ਰੂਹਾਂ ਪੁਗਾ ਆਇਆ ਹੈ। ਨਵੀਆਂ ਪਨੀਰੀਆਂ ਲਾ ਆਇਆ ਹੈ। ਕੁਮਾਰਗ ਪਏ ਸੁਮਾਰਗ ਲਾ ਆਇਆ ਹੈ। ਰੱਬ ਦੇ ਕਹਾ ਕੇ ਪਾਪਾਂ ਤੇ ਸ਼ੈਤਾਨ ਦੇ ਰਾਹੇ ਟੁਰ ਰਹੇ ਵਡਕਿਆਂ ਨੂੰ ਸੁਧਾਰ ਆਇਆ ਹੈ। ਪਾਪ ਦੇ ਬੜੇ ਬੜੇ ਕੁਫਰਗੜ੍ਹ ਤੋੜ ਆਇਆ ਹੈ। ਜ਼ਮਾਨੇ ਦੇ ਰਹਿਬਰਾਂ ਤੇ ਫਕੀਰਾਂ ਵਿੱਚ ਆਪਣੇ ਸੋਹਲ ਕੁਲ ਹੋਣ ਦਾ, ਪ੍ਰੇਮ ਦਾ ਅਵਤਾਰ ਹੋਣ ਦਾ, ਸੱਚ ਦਾ ਪੁੱਤਰ ਤੇ ਸੱਚੇ ਦਾ ਟੀਕਾ ਜੀ ਹੋਣ ਦਾ, ਨਾਮ ਰਸੂਲ ਤੇ ਰੱਬ ਨਾਲ ਜੋੜ ਦੇਣ ਵਾਲਾ ਅਵਤਾਰ ਹੋਣ ਦਾ, ਇਲਾਹੀ ਰੰਗ ਵਿੱਚ ਰੰਗੇ ਹੋਏ ਜਵਾਲਨ ਦਾ ਤੇ ਜੀ ਦਾਤਾ ਹੋਣ ਵਾਲਾ ਗੁਰ ਅਵਤਾਰ ਹੋਣ ਦਾ ਸਿੱਕਾ ਬਿਠਾ ਆਇਆ ਹੈ। ਹੁਣ ਪੀਰ ਫਕੀਰ, ਸਿੱਧ ਸਾਧੂ, ਵੱਡੇ ਛੋਟੇ ਜਗਿਆਸੂ ਤੇ ਨਾਮ ਵਿੱਚ ਲੱਗ ਰਹੀਆਂ ਸੰਗਤਾਂ ਸਭ ਇੱਥੇ ਆ ਕੇ ਅੰਮ੍ਰਿਤ ਪੀਂਦੀਆਂ ਹਨ। ਗੁਰਸਿੱਖੀ ਪਸਰ ਗਈ ਹੈ। 30 ਤੋਂ ਵਧੇਕ ਮੰਜੀਆਂ ਅਰਥਾਤ ਗੁਰਮੁਖ ਨਾਮ ਜਪਣ ਜਪਾਉਣ ਵਾਲੇ ਜਗਤ ਤੇ ਥਾ ਪਾਇਆ ਹੈ। ਸ਼ੌਕ ਹੈ ਕਿ ਇਹਨਾਂ ਸਭਨਾਂ ਦੇ ਨਾਮ ਸਾਡੇ ਤੱਕ ਨਹੀਂ ਆਏ। ਗੁਰਸਿੱਖੀ ਰੂਪੀ ਆਕਾਸ਼ ਵਿੱਚ ਚੋਟੀ ਦੇ ਚਮਕਦਿਆਂ ਸਿਤਾਰਿਆਂ ਦੇ ਕੁਝ ਕੁ ਨਾਮ ਜੋ ਭਾਈ ਗੁਰਦਾਸ ਜੀ ਨੇ ਲਿਖੇ ਹਨ, ਇਹ ਹਨ: ਭਾਈ ਬੁੱਢਾ, ਮਰਦਾਨਾ, ਭਗੀਰਥ, ਮਾਨਸੁਖ, ਤਿਲੋਕਾ, ਉਬਾਰੇ ਖਾਨ, ਅਬਦੁਲ ਰਹਿਮਾਨ, ਮੁੱਲੋ, ਮੁੱਲਾ ਕੀੜ, ਪ੍ਰਿਥਾ, ਖੇਡਾ, ਪ੍ਰਿਥੀਮਲ, ਸੈਗਲ, ਰਾਮਾ, ਡਿੱਡੀ, ਮਾਂਗੋ, ਕਾਲੂ। ਇੱਕ ਹੋਰ ਖੱਤਰੀ ਸਿੱਖ ਸੀ, ਭਗਤਾ, ਓਹਰੀ ਜਾਪੂ ਵੰਸੀ, ਸਿੰਘਾਂ, ਸੀਹੋ ਸੈਦੋ, ਕੇਹੋ ਗੱਜਣ, ਫਿਰਨਾ, ਜੋਧ, ਸਧਾਰਨਾ, ਅਜੀਤਾ ਰੰਧਾਵਾ ਆਦਿ। ਇਹਨਾਂ ਦੇ ਜੀਵਨ ਆਪ ਜਪਣ ਤੇ ਹੋਰਨਾਂ ਨੂੰ ਜਪਾਉਂਦੇ ਹਨ। ਨਮੂਨੇ ਲਈ ਪ੍ਰਸੰਗ ਅਜੀਤੇ ਦਾ ਦੇ ਕੇ ਫਿਰ ਉਬਾਰੇ ਖਾਂ ਆਦਿ ਦਾ ਹਾਲ ਅਗਲੇ ਪ੍ਰਸੰਗ ਵਿੱਚ ਦਿੰਦੇ ਹਾਂ ਕਿ ਕਿੱਕੂ ਦੁਨੀਆ ਤਰਦੀ ਸੀ। ਅਜੀਤਾ ਸੰਸਾਰਕ ਮੁਸ਼ਕਲ ਹੱਲ। ਅਜੀਤਾ ਅਚਲ ਬਟਾਲੇ ਸਿੱਧ ਗੋਸ਼ਟ ਵੇਲੇ ਗੁਰੂ ਬਾਬੇ ਦੇ ਨਾਲ ਸੀ ਤੇ ਨਾਲ ਹੀ ਮੁਲਤਾਨ ਤੇ ਟਿੱਲੇ ਆਦਿ ਥਾਵਾਂ ਤੇ ਸਫ਼ਰ ਵਿੱਚ ਰਿਹਾ ਤੇ ਨਾਲ ਹੀ ਕਰਤਾਰਪੁਰੇ ਵਾਪਸ ਆਇਆ। ਢੇਰ ਚਿਰ ਬਾਹਰ ਰਹਿਣ ਕਰਕੇ ਘਰ ਆਇਆ ਪਤਾ ਲੱਗਾ ਕਿ ਸਿਰ ਤੇ ਕੁਝ ਸ਼ਾਹ ਦਾ ਕਰਜ਼ਾ ਚੜ ਗਿਆ ਹੈ। ਉਸ ਦੇ ਚਿਰ ਤਾਈਂ ਪ੍ਰਦੇਸ਼ ਰਹਿਣ ਕਰਕੇ ਔਰ ਮੁੱਦਤਾਂ ਤੋਂ ਸੇਵਾ ਵਿੱਚ ਰਹਿਣ ਕਰਕੇ ਖੇਤੀਬਾੜੀ ਦਾ ਕੰਮ ਪਰਾਏ ਹੱਥੀਂ ਪੈ ਗਿਆ ਜਾਪਦਾ ਹੈ। ਸੋ ਅਜੀਤਾ ਪਹਿਲਾਂ ਤਾਂ ਮਨ ਵਿੱਚ ਸੋਚਦਾ ਰਿਹਾ ਕਿ ਕਿਵੇਂ ਕਰਾਂ। ਬਿਰਤੀ ਉਸਦੀ ਹੁਣ ਉੱਚੇ ਰੰਗ ਵਿੱਚ ਰਹਿੰਦੀ ਸੀ। ਪਰਮਪਦ ਦੀ ਲਖਤਾ ਸੀ, ਸ਼ਕਤੀ ਵੀ ਐਸੀ। ਸਵਾਰਥ ਲਈ ਕਰਾਮਾਤ ਵਰਤਣੀ ਮਾੜੀ ਹੈ। ਇਹ ਅਸੂਲ ਵੀ ਸਿੱਖ ਚੁੱਕਾ ਸੀ ਕਿ ਗੁਰੂ ਬਾਬੇ ਦੇ ਘਰ ਵਿੱਚ ਆਚਰਨ ਦੀ ਸ਼ੁੱਧੀ ਬੜੀ ਉੱਚੀ ਵਸਤੂ ਹੈ। ਇਸ ਕਰਕੇ ਕਰਜ਼ਾ ਦੇਣਾ ਜ਼ਰੂਰੀ ਅੰਗ ਆਪਣੀ ਗੁਰਮੁਖਤਾਈ ਦਾ ਸਮਝਦਾ ਸੀ।
ਜੇ ਪਿੰਡ ਜਾ ਕੇ ਜ਼ਮੀਨ ਵੇਚ ਵਟ ਕੇ ਕਰਜ਼ਾ ਦਿੰਦਾ ਹੈ ਤਾਂ ਇਸਤਰੀ ਤੇ ਪਰਿਵਾਰ ਦੁੱਖ ਮੰਨ ਗਿਆ। ਪਰਿਵਾਰ ਨੂੰ ਵੀ ਉਦਾਸ ਨਹੀਂ ਕਰਨਾ ਚਾਹੁੰਦਾ। ਸ੍ਰੀ ਮਿਹਰਬਾਨ ਸਤਿਗੁਰੂ ਨੇ ਇੱਕ ਦਿਨ ਅਜੀਤੇ ਦੇ ਚਿਹਰਿਓਂ ਟਿਕਾਊ ਹਿੱਲੇ ਦੇ ਲੱਛਣ ਪਛਾਣੇ ਤੇ ਦਿਲ ਦੀ ਗੱਲ ਸਮਝ ਕੇ ਆਖਿਆ, ਭਾਈ ਗਿਣਤੀਆਂ ਵਿੱਚ ਕਿਉਂ ਹੈ? ਤਾਂ ਅਜੀਤੇ ਕਿਹਾ, ਪਾਤਸ਼ਾਹ ਆਪ ਜਾਣੀ ਜਾਣ ਹੋ, ਜੀਵ ਕਿਤਨਾ ਉੱਚਾ ਹੋ ਜਾਏ, ਜੇ ਉਸ ਠੀਕ ਰਾਹੇ ਟੁਰਨਾ ਹੈ ਤਾਂ ਕਠਿਨਾਈਆਂ ਜਗਤ ਵਿਵਹਾਰ ਦੀਆਂ ਆਉਂਦੀਆਂ ਹੀ ਰਹਿੰਦੀਆਂ ਹਨ। ਉਸੇ ਤਰ੍ਹਾਂ ਦੀ ਇੱਕ ਕਠਿਨਾਈ ਆਈ ਹੋਈ ਹੈ, ਆਪ ਦੀ ਮਿਹਰ ਨਾਲ ਨਿਵਰਤ ਹੋ ਜਾਏਗੀ। ਤਾਂ ਗੁਰੂ ਜੀ ਨੇ ਆਖਿਆ, ਅਜੀਤਿਆ ਜਾਓ ਅਮੁਕੇ ਥਾਂ ਮਿੱਟੀ ਦੇ ਵੱਡੇ ਸਾਰੇ ਢੇਰ ਹੇਠਾਂ ਰੁਪਏ ਪਏ ਹਨ, ਉੱਥੋਂ ਜਿਤਨੇ ਦੇਣੇ ਹਨ ਲੈ ਲੈ ਤੇ ਅਰੀਣੀ ਹੋ ਜਾ। ਅਜੀਤੇ ਨੇ ਜਾ ਕੇ ਰੁਪਏ ਡਿੱਠੇ, ਜਿੰਨੇ ਸਿਰ ਚੜੇ ਸਨ ਚਾਹ ਲਏ। ਆਪਣੀ ਜਾਚੇ ਤਾਂ ਕੁਛ ਵਧੇਰੇ ਹੀ ਚਾਹੇ, ਪਰ ਜਾਂ ਗੁਰੂ ਕੇ ਹਜ਼ੂਰ ਜਾ ਕੇ ਗਿਣੇ ਤਾਂ 2 ਘੱਟ ਨਿਕਲੇ। ਤਦ ਅਚਰਜ ਹੋ ਕੇ ਕਹਿਣ ਲੱਗਾ, ਪਾਤਸ਼ਾਹ ਮੈਂ ਤਾਂ ਕੁਛ ਵਧੇਰੇ ਲਏ ਸਨ ਤੇ ਇੱਥੇ ਆ ਕੇ ਘੱਟ ਗਏ। ਤਾਂ ਗੁਰੂ ਜੀ ਨੇ ਕਿਹਾ, ਉੱਥੇ ਹੀ ਜਾਓ। ਜਾਂ ਜਾ ਕੇ ਦੇਖੇ ਤਾਂ ਜਿੰਨੇ ਘਟੇ ਸਨ ਉੱਥੇ ਹੀ ਪਏ ਸਨ। ਸੋ ਅਜੀਤੇ ਨੇ ਜਾ ਕੇ ਚਾਹ ਲਏ, ਕਰਜ਼ਾ ਉਤਾਰਿਆ ਤੇ ਸੁਖੀ ਹੋ ਗਿਆ। ਇਤਿਹਾਸਿਕ ਪਹਿਲੂ। ਪੁਰਾਤਨ ਜਨਮ ਸਾਖੀ ਵਿੱਚ ਭਾਈ ਅਜੀਤੇ ਦਾ ਪ੍ਰਸੰਗ ਨਹੀਂ ਹੈ। ਇਸ ਤੋਂ ਇਹ ਨਹੀਂ ਸਮਝਣਾ ਚਾਹੀਏ ਕਿ ਅਜੀਤਾ ਕੋਈ ਨਹੀਂ ਹੋਇਆ। ਸਭ ਤੋਂ ਪੁਰਾਣੀ ਵਸਤੂ ਭਾਈ ਗੁਰਦਾਸ ਜੀ ਦੀਆਂ ਵਾਰਾਂ ਹਨ ਤੇ ਸਭ ਤੋਂ ਵੱਧ ਪ੍ਰਾਮਾਣਿਕ ਵੀ ਉਹੀ ਹਨ। ਗੁਰੂ ਨਾਨਕ ਦੇਵ ਜੀ ਦੇ 94 ਸਿੱਖਾਂ ਵਿੱਚ ਭਾਈ ਜੀ ਨੇ ਅਜੀਤੇ ਰੰਧਾਵੇ ਦਾ ਨਾਮ ਦਿੱਤਾ ਹੈ, ਜੋ ਇਸ ਪ੍ਰਕਾਰ ਹੈ, ਜੀਤਾ ਰੰਧਾਵਾ ਭਲਾ ਬੂੜਾ, ਬੁੱਢਾ ਇੱਕ ਮਨ ਧਿਆਵੇ। ਭਾਈ ਮਨੀ ਜੀ ਕ੍ਰਿਤ ਭਗਤ ਰਤਨਾ ਵਲੀ ਵਿੱਚ ਭਾਈ ਅਜੀਤੇ ਦਾ ਨਾਮ ਆਇਆ ਹੈ। ਹੱਠ ਯੋਗ ਤੇ ਭਗਤ ਯੋਗ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਉਸ ਪ੍ਰਤੀ ਹੋਇਆ ਹੈ। ਭਾਈ ਮਨੀ ਸਿੰਘ ਦੀ ਜਨਮ ਸਾਖੀ ਵਿੱਚ ਕਰਜ਼ੇ ਵਾਲੀ ਸਾਖੀ ਆਈ ਹੈ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਸ੍ਰੀ ਗੁਰੂ ਜੀ ਪੱਖੋਂ ਕੀ ਆਗਮਨ ਦੀ ਅਜੀਤੇ ਨੂੰ ਉਦਾਹਰਨ ਦੀ, ਸੱਸ ਸਹੁਰੇ ਨੂੰ ਨਿਸਤਾਰਨ ਦੀ ਅਤੇ ਅਚਲ ਵਾਲੀ ਅਜੀਤੇ ਦੀ ਕਾਰ ਕੱਢਣ ਤੇ ਪਾਣੀ ਉੱਤੇ ਬੈਠਣ ਵਾਲੀਆਂ ਸਾਖੀਆਂ ਆਈਆਂ ਹਨ। ਬਾਲੇ ਵਾਲੀ ਜਨਮ ਸਾਖੀ ਵਿੱਚ ਅਜੀਤੇ ਦੇ ਪਿਤਾ ਦਾ ਨਾਮ ਹਿੱਤਾ ਦਿੱਤਾ ਹੈ ਤੇ ਸ੍ਰੀ ਗੁਰੂ ਜੀ ਦੀ ਜਨ ਜਾਣ ਵੇਲੇ ਅਜੀਤਾ ਪ੍ਰੋਣਾਚਾਰੀ ਵਿੱਚ ਹੁੰਦਾ ਹੈ। ਫਿਰ ਇਸ ਵਿੱਚ ਅਜੀਤੇ ਦੇ ਗੁਰੂ ਜੀ ਦੀ ਸ਼ਰਨ ਪ੍ਰਾਪਤੀ ਹੋਣ ਵਾਲੀ ਸਾਖੀ ਵੀ ਆਈ ਹੈ। ਬਾਲੇ ਵਾਲੀ ਛਾਪੇ ਦੀ ਸਾਖੀ ਵਿੱਚ ਅਜੀਤੇ ਰੰਧਾਵੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇੱਕ ਗੋਸ਼ਟ ਵੀ ਆਈ ਹੈ। ਇਹ ਪੁਰਾਤਨ ਲਿਖਤ ਭਾਈ ਬਾਲੇ ਦੇ ਨਾਮ ਵਾਲੀ ਜਨਮ ਸਾਖੀ ਵਿੱਚ ਨਹੀਂ ਮਿਲੀ। ਸੰਮਤ 1925 ਤੇ ਸੰਮਤ 1905 ਦੀਆਂ ਲਿਖਤ ਪੋਥੀਆਂ ਵਿੱਚ ਗੋਸ਼ਟ ਨਹੀਂ ਹੈ। 1947 ਵਿੱਚ ਗੁਰਪ੍ਰਕਾਸ਼ ਪ੍ਰੈਸ ਵਿੱਚ ਸ਼ਾਮਦਾਸ ਦੀ ਛਪੀ ਜਨਮ ਸਾਖੀ ਵਿੱਚ ਵੀ ਗੋਸ਼ਟ ਨਹੀਂ ਹੈ, ਪਰ ਇਸੇ ਸਾਲ ਇੱਕ ਪੱਥਰ ਦੇ ਛਾਪੇ ਵਿੱਚ ਗੋਸ਼ਟ ਆਈ ਹੈ ਤੇ ਛਾਪਣ ਵਾਲਾ ਇੱਕ ਮੁਸਲਮਾਨ ਪ੍ਰੈਸ ਦਾ ਪ੍ਰਬੰਧਕ ਲਿਖਦਾ ਹੈ ਕਿ ਮੈਂ ਇਹ ਗੋਸ਼ਟ ਵਧਾਈ ਹੈ ਤੇ ਪਿੰਡੀ ਭੱਟੀਆਂ ਦੀ ਇੱਕ ਲਿਖਤੀ ਲਿਖਤ ਤੋਂ ਲਈ ਹੈ। ਇਸ ਤੋਂ ਮਗਰੋਂ ਫਿਰ ਇਹ ਘੱਟ ਵੱਧ ਛਪਦੀ ਹੀ ਰਹੀ। ਸੋ ਅਜੀਤੇ ਰੰਧਾਵੇ ਦੀ ਗੋਸ਼ਟ ਨਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਨਾ ਭਾਈ ਗੁਰਦਾਸ ਵਿੱਚ ਤੇ ਨਾ ਪੁਰਾਤਨ ਜਨਮ ਸਾਖੀ ਵਿੱਚ। ਇਉਂ ਜਾਪਦਾ ਹੈ ਕਿ 10ਵੇਂ ਸਤਿਗੁਰਾਂ ਤੋਂ ਮਗਰੋਂ ਕਿਸੇ ਨੂੰ 11ਵਾਂ ਗੁਰੂ ਬਣਨ ਦਾ ਸ਼ੌਂਕ ਆਇਆ ਹੈ, ਪਰ ਉਸ ਦਾ ਇਖਲਾਕੀ ਜੀਵਨ 10 ਪਾਤਸ਼ਾਹੀਆਂ ਦੀ ਪਵਿੱਤਰਤਾ ਨੂੰ ਅਪਣਨੋਂ ਆਰੀ ਸੀ ਤੇ ਉਸ ਦਾ ਸੰਬੰਧ ਕਿਸੇ ਗਣਕਾ ਨਾਲ ਰਿਹਾ ਹੈ। ਸੋ ਇਸ ਕਰਮ ਨੂੰ ਵਹਿਣ ਦੱਸਣ ਵਾਸਤੇ ਤੇ ਉਸ ਦੀ ਗੁਰਿਆਈ ਵਾਸਤੇ ਇਸ ਗੋਸ਼ਟ ਵਿੱਚ ਯਤਨ ਕੀਤਾ ਗਿਆ ਹੈ। ਇਹ ਗੋਸ਼ਟ ਗੁਰੂ ਕ੍ਰਿਤ ਕਿਵੇਂ ਵੀ ਨਹੀਂ ਹੈ, ਕਿਸੇ ਨੇ ਆਪਣੇ ਲਾਭ ਹਿੱਤ ਲਿਖਵਾਈ ਹੈ। 1804 ਦੀ ਇੱਕ ਲਿਖਤੀ ਪੋਥੀ ਜਿਸ ਵਿੱਚ ਕਿਤਨੀਆਂ ਬਾਣੀਆਂ ਤੇ ਮੱਕੇ ਦੀ ਗੋਸ਼ਟ ਆਦਿ ਹਨ, ਉਹਨਾਂ ਵਿੱਚ ਸਫੇ 47 ਤੋਂ 95 ਪਰ ਅਜੀਤੇ ਦੀ ਇਹ ਗੋਸ਼ਟ ਵੀ ਹੈ, ਜਿਸ ਦੀ ਇਬਾਰਤ ਅੱਜ ਕੱਲ੍ਹ ਦੀ ਛਾਪੇ ਵਾਲੀ ਤੋਂ ਕਈ ਭਿੰਨ ਭੇਤ ਰੱਖਦੀ ਹੈ। ਫਿਰ ਵੀ ਹੈ ਇਹੋ ਕੁਝ। ਇਸ ਪੋਥੀ ਦਾ ਉਤਾਰਾ ਕਰਨ ਵਾਲਾ ਲਿਖਾਰੀ ਲਿਖਦਾ ਹੈ, ਜੈਸੀ ਪ੍ਰੇਤ ਤੈਸੀ ਲਿਖੀ, ਹਮਕੋ ਪਾਪ ਪੁੰਨ ਕਿਛ ਨਾਹੀਂ। ਅਜੀਤੇ ਦੀ ਗੋਸ਼ਟ ਮੁਕਾ ਕੇ ਫਿਰ ਲਿਖਦਾ ਹੈ, ਜਿਸ ਤਰ੍ਹਾਂ ਲਿਖੀ ਆਹੀ ਅਸਾਂ ਉਸੇ ਤਰ੍ਹਾਂ ਉਤਾਰ ਕੀਤਾ ਹੈ। ਇਸ ਇਬਾਰਤ ਤੋਂ ਵੀ ਇਹੋ ਥੋ ਪਿਆ ਕਿ ਲਿਖਾਰੀ ਆਪਣੀ ਕਿਰਤ ਕਮਾਈ ਲਿਖਤ ਦੀ ਹੋਣ ਕਰਕੇ ਪੋਖੀ ਉਤਾਰ ਰਿਹਾ ਹੈ। ਵੈਸੇ ਉਸ ਨੂੰ ਪੋਥੀ ਦੇ ਸਹੀ ਗੋਸ਼ਟ ਹੋ ਬੀਤੀ ਦੇ ਹੋਣ ਦਾ ਤੇ ਇਸ ਵਿੱਚ ਗਣਕਾ ਆਦਿ ਪ੍ਰਸੰਗਾਂ ਦਾ ਹੋਣਾ ਇਖਲਾਕ ਗਿਰਾਓ ਤੇ ਇਸ ਦੇ ਸੱਚੇ ਹੋਣ ਤੋਂ ਡਰ ਰਿਹਾ ਹੈ ਤੇ ਪਾਪ ਪੁੰਨ ਤੋਂ ਹੱਥ ਧੋ ਰਿਹਾ ਹੈ। ਨਹੀਂ ਤਾਂ ਪਰਮਾਰਥੀ ਪੋਥੀਆਂ ਦਾ ਲਿਖਣਾ ਮੁਫਤ ਚਾਹੋਂ ਮਜ਼ਦੂਰੀ ਲੈ ਕੇ ਲਿਖਾਰੀ ਪੁੰਨ ਰੂਪ ਕਰਮ ਸਮਝਦੇ ਹੁੰਦੇ ਸਨ। ਅਜੀਤੇ ਬਾਬਤ ਹੋਰ ਖੋਜ ਤੋਂ ਪਤਾ ਲੱਗਾ ਹੈ ਕਿ ਪੱਖੋ ਕੇ ਪਿੰਡ ਪੱਖੋ ਰੰਧਾਵੇ ਨੇ ਬੱਧਾ ਸੀ। ਇਸ ਦਾ ਪੁੱਤਰ ਹਿੱਤਾ ਸੀ ਤੇ ਹਿੱਤੇ ਦਾ ਪੁੱਤਰ ਅਜੀਤਾ ਸੀ। ਪਤਾ ਚੱਲਦਾ ਹੈ ਕਿ ਸੰਮਤ 1945 ਈਸਵੀ ਵਿੱਚ ਅਸਲੀ ਪੱਖੋ ਕੀ ਪਿੰਡ
ਜੋ ਡੇਰਾ ਬਾਬਾ ਨਾਨਕ ਤੋਂ ਉੱਤਰ ਵੱਲ ਨੂੰ 1-2 ਮੀਲ ਤੇ ਸੀ। ਦਰਿਆ ਨੇ ਢਾਹ ਘੱਤਿਆ ਸੀ। ਹੁਣ ਪੱਖੋ ਕੀ 2 ਟਿਕਾਣੇ ਹਨ। ਇੱਕ ਪੱਖੋ ਕੀ ਜੋ ਡੇਰਾ ਬਾਬਾ ਨਾਨਕ ਤੋਂ ਅੱਧ ਕੁ ਪਹਾੜ ਵੱਲ ਨੂੰ ਹੈ। ਦੂਜੀ ਚੜ੍ਹਦੇ ਪਾਸੇ ਨੂੰ ਡੇਰਾ ਬਾਬਾ ਨਾਨਕ ਤੋਂ ਬਹੁਤ ਨੇੜੇ ਬਾਰ ਹੈ। ਤੀਸਰੇ ਪੱਖੋ ਕੇ ਡੇਰੇ ਤੋਂ ਦੱਖਣ ਵੱਲ ਨੂੰ ਥੋੜ੍ਹੀ ਵਿੱਤੇ ਹੈ। ਡੇਰਾ ਬਾਬਾ ਨਾਨਕ ਨੂੰ ਵੀ ਮਾਲ ਦੇ ਕਾਗਜ਼ਾਂ ਵਿੱਚ ਪੱਖੋ ਕੇ ਡੇਰਾ ਬਾਬਾ ਨਾਨਕ ਲਿਖਿਆ ਜਾਂਦਾ ਹੈ। ਅਸਲ ਵਿੱਚ ਡੇਰਾ ਬਾਬਾ ਨਾਨਕ ਪੱਖੋ ਕੀ ਦੀ ਜ਼ਮੀਨ ਵਿੱਚ ਹੀ ਆਬਾਦ ਹੋਇਆ ਸੀ। ਇਹ ਵੀ ਰਵਾਇਤ ਮਿਲਦੀ ਹੈ ਕਿ ਅਜੀਤੇ ਨੂੰ ਉਪਦੇਸ਼ ਜਿੱਥੇ ਹੋਇਆ ਸੀ ਉੱਥੇ ਹੀ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਾਲਾ ਹੈ। ਕਰਤਾਰਪੁਰ ਡੇਰਾ ਬਾਬਾ ਨਾਨਕ ਤੋਂ 2.5 ਮੀਲ ਦਰਿਆਓਂ ਪਾਰ ਹੈ। ਕਿਸੇ ਵੇਲੇ ਟਪਲਾ ਲੱਗਦਾ ਹੈ ਕਿ ਸ੍ਰੀ ਗੁਰੂ ਜੀ ਦਾ ਵਿਆਹ ਐਸੇ ਉੱਪਰਲੇ ਪੱਖੋਂ ਕੇ ਹੋਇਆ ਸੀ, ਪਰ ਇਹ ਠੀਕ ਨਹੀਂ। ਵਿਆਹ ਬਟਾਲੇ ਹੋਇਆ ਸੀ। ਇਸੇ ਟਿਕਾਣੇ ਵਿਆਹ ਦਾ ਪ੍ਰਸਿੱਧ ਗੁਰਦੁਆਰਾ ਹੈ ਤੇ ਉਸੇ ਵੇਲੇ ਦੀ ਵਰੀ ਹੋਈ ਕੰਧ ਵੀ ਬਟਾਲੇ ਖੜੀ ਹੈ। ਭੁਲੇਵਾ ਸ਼ਾਇਦ ਇੱਥੋਂ ਪੈਂਦਾ ਹੈ ਕਿ ਮੁੱਲੇ ਚੋਣੇ ਦਾ ਜ਼ਿਕਰ ਪੱਖੋ ਕੀ ਨਾਲ ਆਉਂਦਾ ਹੈ। ਗੱਲ ਇਹ ਹੈ ਕਿ ਮੁੱਲਾ ਬਟਾਲੇ ਦਾ ਰਹਿਣ ਵਾਲਾ ਸੀ ਤੇ ਪੱਖੋ ਕੀ ਤੇ ਨਾਲ ਦੇ ਪਿੰਡਾਂ ਦਾ ਪਟਵਾਰੀ ਸੀ। ਇਸ ਕਰਕੇ ਉਸ ਦਾ ਸੰਬੰਧ ਪੱਖੋ ਕੀ ਤੇ ਬਟਾਲੇ ਦੋਹਾਂ ਥਾਵਾਂ ਨਾਲ ਸੀ। ਘਰ ਬਟਾਲੇ ਹੋਣ ਕਰਕੇ ਵਿਆਹ ਉੱਥੇ ਹੀ ਹੋਣਾ ਸੀ ਤੇ ਪੱਖੋ ਕੀ ਵਿੱਚ ਰਿਹਾਇਸ਼ ਹੋਣ ਕਰਕੇ ਗੁਰੂ ਜੀ ਦੇ ਮੇਲੇ ਉੱਥੇ ਹੀ ਹੋਏ ਸੀ ਜਿੱਥੇ ਕਿ ਉਸ ਦਾ ਨਿਸਤਾਰਾ ਹੋਇਆ ਸੀ। ਉਬਾਰੇ ਖਾਨ। ਉਬਾਰਾ ਖਾਂ ਆਓ ਸ਼ੇਖ ਸੀ, ਦਿਓ ਕੋਈ ਦਿਲ ਦੀਆਂ ਗੱਲਾਂ। ਚਿਹਰਿਓਂ ਤਾਂ ਉਹ ਤੌਰ ਬਦਲੇ ਹੋਏ ਦਿਸਦੇ ਹਨ ਕਿ ਕੋਈ ਜਾਣੇ ਨੁਹਾਰ ਹੀ ਵਟੀਚ ਗਈ ਹੈ। ਸ਼ੇਖ ਮਾਲੋ, ਹਾਂ ਫਿਰ ਦਿਓ ਨਾ ਮੁਬਾਰਕਾਂ ਖਾਂ ਜੀ। ਪਾਓ ਨਾ ਮੇਰੇ ਗਲ ਸਹਿਰਾ ਕੋਈ ਮੋਲੀ ਦਾ ਅੱਟਾ, ਚੜਾਓ ਨਾ ਕੋਈ ਕੇਸਰ ਕੁੱਕਮ, ਮੈਂ ਸੁਹਾਗਵੰਤੀ ਹੋਈ ਨੂੰ ਕੋਈ ਪਾਓ ਨਾ ਸ਼ਗਨ ਝੋਲੀ ਵਿੱਚ। ਉਬਾਰੇ, ਸ਼ੁਕਰ ਅਲਹਮਦੁਲਿਲਾ ਹੋ ਗਈ ਹੈ ਸਈਏ। ਸੁਹਾਗਵੰਤੀ, ਸ਼ੁਕਰ ਅੱਲਾ ਪਾਕ ਦਾ, ਫਿਰ ਦੇ ਨਾ ਗੱਲਾਂ ਦਿਲ ਦੀਆਂ। ਮਾਲੋ, ਦਿਲ ਨੂੰ ਜੀਭ ਨਹੀਂ ਜੋ ਬੋਲੇ, ਜੀਭ ਨੂੰ ਦਿਲ ਨਹੀਂ ਜਿਸ ਸਮਝਿਆ ਹੋਵੇ ਤੇ ਦੱਸੇ। ਉਬਾਰੇ ਖਾਂ, ਆਖਣ ਚੱਖਣ ਹਾਰ ਨੇ ਚੱਖਣ ਦੀ ਮੌਜ ਮਾਣੀ, ਸਮਝਣ ਹਾਰ ਨੇ ਸਮਝਣ ਦੀ ਮੌਜ ਮਾਣੀ। ਸਾਰਿਆਂ ਦੀ ਮੌਜ ਮਾਣਨ ਦੇ ਤਰੰਗ ਚਿਹਰੇ ਉੱਤੇ ਆ ਨੂਰੀ ਰੇਖਾ ਹੋ ਚਮਕੇ। ਸ਼ੁਕਰ ਹੈ ਕਿ ਅਸਾਂ ਇੰਨਾ ਸੋਹਣੇ ਨਕਸ਼ਾਂ ਦੇ ਦਰਸ਼ਨ ਹੀ ਮਾਣ ਲਏ। ਸ਼ੁਕਰ ਅੱਲਾ ਦਾ, ਸ਼ੁਕਰ ਪਾਕ ਪਰਵਰਦਿਗਾਰ ਦਾ। ਮਾਲੋ, ਬਸ ਸਿਵਾਏ ਸ਼ੁਕਰ ਦੇ ਹੋਰ ਕੋਈ ਜਾਗਾ ਨਹੀਂ ਹੋ ਸੱਜਣਾ। ਜੀਭ ਸ਼ੁਕਰ ਕਰੇ ਲੂੰ ਲੂੰ ਭਰ ਜਾਏ ਸ਼ੁਕਰ ਨਾਲ, ਦਿਲ ਰਸ ਜਾਏ ਨਾਲ ਸ਼ੁਕਰ ਦੇ, ਬਸ ਹੋ ਜਾਏ ਮਿਸਰੀ ਦੀ ਡਲੀ ਵਾਂਗੂ ਸਾਰਾ ਸ਼ੁਕਰ। ਉਬਾਰਾ, ਠੀਕ ਸੱਚ ਸਹੀ, ਪਰ ਸ਼ੁਕਰ ਕਰਨਾ ਕਿਹੜਾ ਆਪਣੇ ਵੱਸ ਹੈ। ਇਹ ਮਨ ਹੀਰੇ ਮਿਰਗ ਦਾ, ਹਰ ਨੋਟਾ ਟੱਪਦਾ ਛਾਲਾ ਮਾਰਦਾ, ਚੌਂਕੜੀਆਂ ਭਰਦਾ, ਹਰੀਆਂ ਹਰੀਆਂ ਅੰਗੂਰੀਆਂ ਦੇ ਮਗਰ ਅੱਠੇ ਪੈਰ ਭੱਜਾ ਫਿਰਦਾ ਹੈ। ਸ਼ੁਕਰ ਲਈ ਕਿਹੜਾ ਵੇਲਾ ਸੂ। ਦੇ ਨਾ ਯਾਰਾ ਸੁਹਾਗਵੰਤੀ ਝੋਲੀ ਵਿੱਚੋਂ ਝੋਲੀ ਪਈਆਂ ਦਾਤਾਂ ਦਾ ਕੋਈ ਹਿੱਸਾ ਵੱਖਰਾ, ਜੋ ਕੁਆਰੀਆਂ ਵਰ ਪ੍ਰਾਪਤੀ ਦੀਆਂ ਉਮੰਗਾਂ ਵਾਲੀਆਂ ਮੁਟਿਆਰਾਂ ਵੀ ਮੂੰਹ ਲਾਉਣ ਤੇ ਕਿਸੇ ਦੇ ਸਦਕੇ ਕਦੇ ਸੁਹਾਗ ਭਾਗ ਜੋਗੀਆਂ ਹੋ ਜਾਣ। ਮਾਲੋ, ਗੂੰਗੇ ਦਾ ਗੁੜ ਖਾਵੇ ਸਵਾਦ ਮਾਣੇ, ਮੁਸਕਰਾਵੇ ਪਰ ਦੱਸੇ ਕਿੰਜ। ਉਬਾਰਾ, ਨਾ ਚਾਹ ਦੱਸੋ ਪਰ ਸੋਹਣਿਆ ਹੱਥਾਂ ਨਾਲ ਕੋਈ ਬੁਰਕੀ ਭੋਰਾ ਕਿਣਕਾ ਖੈਰ ਚ ਪਾ ਦੇ। ਮਾਲੋ, ਠੰਡਾ ਸਾਹ ਭਰ ਕੇ, ਮੰਗਤਾ ਮੰਗੀ ਦਾਤ ਵਿੱਚੋਂ ਕੀ ਦੇਵੇ। ਹਾਂ ਦਾਤਾ, ਨੈਣਾ ਵਿੱਚ ਅਥਰੂ ਭਰ ਕੇ, ਦਾਤਾ ਬੋਲਣ ਹਾਰ ਦਾਤਾ, ਦੇਵਨ ਹਾਰ ਦਾਤਾ, ਉਹ ਦੇਵੇ ਤਾਂ ਦੇਵੇ ਦਰ ਝੋਲੀ ਅੱਡੇ ਕੀ ਦੇਣ। ਉਬਾਰਾ, ਨਾ ਦੇਣ ਪਰ ਇੰਨੀ ਦਾਤ ਦੇਣੋਂ ਸ਼ੂਮ ਕਿਉਂ ਹੋ ਜਾਣ ਕਿ ਆਪਣੇ ਭਾਗੇ ਭਰੇ ਸੋਹਣੇ ਦਾਤੇ ਦੇ ਦਰ ਦਾ ਥੋ ਖੈਰ ਪਾ ਦੇਣੋਂ ਵੀ ਹੱਥ ਸੰਕੋਚ ਲੈਣ। ਹੈ ਜੀਭ ਹੀ ਚੰਗੀ ਹੋ ਜਾਏ। ਚੁੱਪ, ਯਾਰਾਂ ਮਿੱਤਰਾਂ ਸੱਜਣਾ ਨਾਲ ਚੁੱਪਾਂ। ਮਾਲੋ, ਚੰਦ ਸੂਰਜ ਨੂੰ ਕਿਨ ਲੁਕਾਇਆ ਹੈ ਕਦੇ, ਹਵਾ ਨੂੰ ਕਿਨ ਕੁੱਜਿਆਂ ਵਿੱਚ ਬੰਦ ਕੀਤਾ ਹੈ ਕਦੇ। ਹਾਂ, ਠੰਡੀਆਂ ਛੈਬਰਾਂ ਲਾਉਣ ਵਾਲੇ ਬੱਦਲਾਂ ਨੂੰ ਕਦੇ ਕੋਈ ਮੁੱਠ ਵਿੱਚ ਲੁਕਾ ਸਕਿਆ ਹੈ। ਸਿਤਾਰਿਆਂ ਦੀ ਕਹਿਕਸ਼ਾਂ ਕਦੇ ਕਿਸੇ ਦੀ ਝੋਲੀ ਵਿੱਚ ਛੱਪ ਬੈਠੀ ਹੈ। ਕੌਣ ਹੈ ਜੋ ਕਦੇ ਅੱਲਾ ਦੇ ਨੂਰ ਨੂੰ, ਉਸ ਦੀ ਸੋਹਣੀ ਜੋਤ ਨੂੰ ਪਰਦਿਆਂ ਵਿੱਚ ਬਿਠਾ ਸਕਿਆ ਹੈ। ਉਬਾਰਾ, ਫਿਰ ਤੂੰ ਡਿੱਠਾ ਅਸਾਂ ਦਿਖਾਲ ਕੁੜੇ, ਕਰ ਦਰਸ਼ਨ ਨਾਲ ਨਿਹਾਲ ਕੁੜੇ। ਮਾਲੋ, ਜੇ ਕੋਈ ਦੇਖਦਿਆਂ ਨਾ ਦੇਖੇ ਤਾਂ ਕੀ ਇਲਾਜ, ਜੇ ਨੈਣਾ ਹੁੰਦਿਆਂ ਦਰਸ਼ਨਾਂ ਦੇ ਅੱਗੇ ਨੈਣ ਹਾਜ਼ਰ ਨਾ ਕਰੇ ਤਾਂ ਕੀ ਚਾਰਾ। ਉਬਾਰਾ, ਮਿੱਤਰਾਈ ਸਜਨਾਈ ਦੋਸਤੀ ਯਾਰੀ
ਪਿਆਰ, ਹੁਬ, ਮੁਹੱਬਤ, ਹਿੱਤ ਤੇ ਬਸ ਇਹੋ ਹੈ ਕਿ ਨੈਣਾ ਦੇ ਹੁੰਦਿਆਂ ਸੁੰਦਿਆਂ ਨਾ ਦੇਖ ਸਕਣ ਵਾਲੇ ਸੁਜਾਖੇ ਅੰਧ ਮਿੱਤਰਾਂ ਨੂੰ ਰਮਜ਼ਾਂ ਦੇਣੀਆਂ ਤੇ ਸੈਨਤਾਂ ਮਾਰਨੀਆਂ, ਡੰਗੋਰੀ ਫੜ ਕੇ ਦਰ ਤਾਈਂ ਨਾਲ ਲੈ ਟੁਰਨਾ। ਮਾਲੋ ਔਖੀਆਂ ਹੈ ਨੀ ਸਜਣਾ ਘਾਟਾਂ ਪ੍ਰੇਮ ਦੀਆਂ, ਕਠਨ ਹੈ ਨੀ ਰਾਹਾਂ ਪਿਆਰੇ ਦੀਆਂ। ਮੰਗਦੀਆਂ ਨੇ ਤੇਰੇ ਆਪੇ ਦੀ ਸਾਰੀ ਭੇਟਾਂ, ਸਾਰਾ ਆਪਾ ਵਾਰ ਤਾਬੇਦਾਰੀ। ਬ੍ਰਿਛੋਂ ਤਰੁੱਟੇ ਸੁੱਕੇ ਹੋਏ ਪੱਤਰ ਦੀ ਪੌਣ ਅੱਗੇ, ਸਾਰੀ ਆਪਾ ਵਿਛਾ ਫਿਰੋਤਨੀ ਆਜ਼ਜੀ। ਤੂੰ ਹੈ ਖਾਨ ਪਟੇਬਾਜ਼, ਧੌਣ ਹੈ ਆਕੜਦਾਰ, ਫਿਰ ਮੁਸਲਮਾਨ ਹੈ ਅੱਲਾ ਤੋਂ ਅਣਜਾਣ, ਪਰ ਮੋਮਨੀ ਦੇ ਹੰਕਾਰਾਂ ਵਾਲਾ ਤੇ ਬਈ। ਹਾਂ ਇਸ ਰਸਤੇ ਸੂਲਾਂ ਤੇ ਟੁਰਨਾ ਤੇ ਸੂਲੀ ਤੇ ਨੱਚਣਾ ਪੈਂਦਾ ਹੈ। ਉਬਾਰਾ ਹੋਰ ਨਾ ਪਾ ਬੁਝਾਰਤਾ, ਤੂੰ ਟੁਰ ਆਇਆ ਹੈ ਸੂਲੀ ਤੇ ਖੇਡ ਆਇਆ ਹੈ, ਤੇਰੇ ਦੌਰ ਅਸਾਂ ਸਿਆਤੇ ਹਨ, ਇਹੋ ਜਿਹੀ ਸੂਲੀ ਦਾ ਰਾਜ਼ ਸਾਨੂੰ ਵੀ ਦੱਸ ਦੇ। ਬਾਕੀ ਰਹੀ ਪਠਾਣੀ, ਮੁਗਲਾਂ ਨੇ ਪਠਾਣਾ ਦੀ ਧੌਣ ਹੁਣ ਕੋਤਲ ਨਾਲ ਨਹੀਂ ਰਹਿਣ ਦਿੱਤੀ। ਉਹ ਗਰੀਬ ਤਾਂ ਅੱਗੇ ਹੀ ਹਾਥੀ ਦੀ ਸੁੰਡ ਵਾਂਗੂ ਥੱਲੇ ਨੂੰ ਲਮਕ ਰਹੀ ਹੈ, ਤੂੰ ਇਸ ਨੂੰ ਹੋਰ ਲਮਕਾ ਦੇ, ਵਿਛਾ ਦੇ ਕਿਸੇ ਸ਼ੋਅ ਦੇ ਕਦਮਾਂ ਵਿੱਚ। ਸਿਰ ਫੇਰ ਕੇ, ਹਾਂ ਸੱਚੀ ਤੂੰ ਕਿਹੜਾ ਘੱਟ ਹੈ ਯਾਰਾ, ਹੁਜਤੀ ਤੇ ਖੁਜਤੀ। ਮੈਂ ਤਾਂ ਪੜ੍ਹਿਆ ਨਹੀਂ ਤੇ ਤੂੰ ਤਾਂ ਇਲਮ ਦੀ ਆਕੜ ਤੇ ਦਲੀਲ ਦੀ ਪੱਟੇਬਾਜ਼ੀ ਨਾਲ ਕਈ ਗਿਚੀਆਂ ਦੋਰੀਆਂ ਕੀਤੀਆਂ। ਕਿਵੇਂ ਤੂੰ ਵੀ ਤਾਂ ਆਪਣਾ ਗਰਦਨ ਫਰਾਜ਼ ਸਿਰ ਕਿਸੇ ਅੱਗੇ ਨਿਵਾ ਆਇਆ ਤੇ ਰੂਪ ਦੀ ਰੱਤੀ ਦੇ ਚਾਰ ਚੰਨ ਚਿਹਰੇ ਨੂੰ ਲਾ ਲਿਆਇਆ ਹੈ ਨਾ। ਮਾਲੋ ਨਾ ਮੁਸਲਿਮ ਅੱਗੇ ਨਿਵੇਂਗਾ। ਉਬਾਰੇ ਖਾਂ ਸੋਚ ਕੇ, ਹਿੰਦੂ ਅੱਗੇ ਨਿਵੇਂਗਾ। ਮਾਲੋ ਨਾ ਹਿੰਦੂ ਅੱਗੇ ਵੀ ਨਿਵੇਂਗਾ। ਉਬਾਰਾ ਨਾ ਸਭ ਕਿਛ ਅੱਗੇ ਵੀ ਨਿਵਾਂਗਾ, ਜੋ ਹੋਵੇਗਾ ਕੋਈ ਮਰਦ, ਕੋਈ ਮੈਨੂੰ ਸ਼ੋ ਅੱਲਾ ਨਾਲ ਨੇਹੋ ਲਵਾ ਦੇਣ ਵਾਲਾ, ਹਾਂ ਮੈਨੂੰ ਸੁਹਾਗਣ ਬਣਾ ਦੇਣ ਵਾਲਾ, ਕੋਈ ਮੈਨੂੰ ਅਣਵਿਆਹੀ ਛੁੱਟਣ ਨੂੰ। ਮਾਲੋ ਤਾਂ ਸੱਜਣਾ ਕੰਮ ਬਣ ਪਏਗਾ, ਪਾਲਾ ਢਹਿ ਪੈਣ ਤਾਂ ਸ਼ੋ ਦਰਿਆਵਾਂ ਦੇ ਉਛਾਲ ਭਰ ਕੱਤਦੇ ਹਨ। ਉਬਾਰਾ ਤੇ ਹਾਂ ਸ਼ੋ ਦਰਿਆਵਾਂ ਦੇ ਉਛਾਲ ਸਭ ਪਾਲਾਂ ਆਪੇ ਵੀ ਬੰਨ ਸਿੱਟਦੇ ਹਨ। ਮਾਲੋ ਠੀਕ, ਤੇਰੀਆਂ ਸਮਝਾਂ ਤਾਂ ਉਸ ਦਰ ਦੇ ਲਾਇਕ ਹਨ। ਉਬਾਰਾ ਲਾਇਕ ਹਨ ਤਾਂ ਲੈ ਚੱਲ, ਨਲਾਇਕ ਹਨ ਤਾਂ ਵੀ ਲੈ ਚੱਲ। ਉਹ ਜੇ ਦਰ ਹੈ ਤਾਂ ਨਲਾਇਕ ਨੂੰ ਲਾਇਕ ਕਰਨਾ ਉਸੇ ਦੀ ਲਾਇਕੀ ਵਿੱਚ ਹੈ। ਮਾਲੋ ਨੈਣ ਭਰ ਕੇ, ਸੱਚ ਉਸੇ ਸੱਚੇ ਦਰ ਦੇ ਮਾਲਕ ਨੇ ਮੇਰੇ ਜਿਹੇ ਵੱਡੀ ਟੁੱਕੀ ਜਾਤ ਵਾਲੇ, ਸ਼ੇਖ ਪਨੇ ਦੀ ਸ਼ੇਖੀ ਵਾਲੇ, ਇਲਮ ਦਲੀਲ ਦੇ ਗੁਮਾਨੀ ਨੂੰ ਤਰੋੜ ਮਰੋੜ ਕੇ, ਉਲਝਾਵਾਂ ਵਿੱਚੋਂ ਕੱਢ ਕੇ ਆਪਣੇ ਦੁਆਰੇ ਦਰ ਢੱਠਣੀ ਬਖਸ਼ ਕੇ ਸਿੱਧਾ ਕਰ ਲਿਆ ਹੈ। ਉਬਾਰਾ ਸੁਭਾਨ ਅੱਲਾ, ਫਿਰ ਦੇ ਨਾ ਕੋਈ ਗੱਲਾਂ, ਪਾ ਨਾ ਰਸਤੇ। ਮਾਲੋ ਲੈ ਬਈ ਸਜਣਾ, ਸੁਣ ਲੈ ਸਿੱਧੀਆਂ ਜੇ ਸੁਖਾ ਗਿਓ, ਨੀ ਤਾਂ ਸਮਝਾਂਗਾ ਮੈਂ ਕਿ ਤੇਰੇ ਜਾਗ ਪਏ ਹਨ ਭਾਗ, ਸੁੱਤੇ ਹੋਏ ਭਾਗ ਜਾਂ ਲੱਗ ਪਏ ਹਨ ਤੈਨੂੰ ਅਨਹੋਏ ਭਾਗ। ਅੱਧੀ ਸਦੀ ਕਿ ਇਸ ਤੋਂ ਘੱਟ ਕੇ ਵਧੀਕ ਹੋ ਗਿਆ ਈ ਅੱਲਾ ਦੇ ਨੂਰ ਨੂੰ ਅਰੂਪ ਦੇ ਬੁਰਕੇ ਲਾ ਕੇ ਰੂਪ ਵਿੱਚ ਜੋਤਾਂ ਜਗਾਉਂਦਿਆਂ। ਹਾਂ ਉਸ ਨੂਰ ਦੇ ਬੁੱਕੇ, ਉਸ ਜਲਾਲ ਦੇ ਬਲਦੇ ਅਲਾਂਬੇ ਨੂੰ ਠੰਡੇ ਠੰਡੇ ਤੇਰੇ ਮੇਰੇ ਨੈਣਾਂ ਨੂੰ ਦਿਸ ਪੈਣ ਤੇ ਦਿਸ ਕੇ ਸੁੱਖਾ ਜਾਣ ਵਾਲੇ ਠੰਡੇ ਠੰਡੇ ਖਾਕੀ ਜਾਮੇ ਪਹਿਨ ਕੇ ਫਿਰਦਿਆਂ ਉੱਤੇ ਇਸ ਜ਼ਮੀਨ ਦੇ। ਹਾਂ ਇਸੇ ਖਾਕ ਪਾਕ ਹਿੰਦੁਸਤਾਨ ਵਿੱਚ, ਤੇ ਹਾਂ ਇਸ ਪੰਜ ਪਾਣੀ ਪੀਣ ਵਾਲੇ ਖਤਾਏ ਪੰਜਾਬ ਵਿੱਚ। ਤੇ ਵੀਰਾ ਇਸੇ ਸਾਡੀ ਸੋਹਣੀ ਮਿੱਠੇ ਪਾਣੀਆਂ ਦੀ ਰਾਵੀ ਕਿਨਾਰੇ ਡੇਰਾ ਪਾ ਕੇ ਨੂਰ ਲਾਂਦਿਆਂ ਵੀ ਕਿੰਨਾ ਚਿਰ ਹੋ ਗਿਆ ਈ। ਤੇ ਹਾਂ ਅੱਜ ਸਾਡੇ ਐਸੇ ਕੌੜੀਆਂ ਮਿਰਚਾਂ ਲਈ ਪ੍ਰਸਿੱਧ ਕੁੜਾਂਗੀ ਧਰਤੀ ਸੋੜੀਆਂ ਦੀਆਂ ਜੂਹਾਂ ਵਿੱਚ ਨਾਦ ਵਜਾਉਂਦਿਆਂ ਤੇ ਕੀਰਤਨ ਗਾਉਂਦਿਆਂ ਵੀ ਸਤਵਾਰਾ ਹੋ ਚੱਲਿਆ ਈ ਭਾਗਾਂ ਵਾਲਿਆ, ਕੀਤਾ ਈ ਦਰਸ਼ਨ। ਉਬਾਰਾ ਉਸ ਹਿੰਦੂ ਫਕੀਰ ਦਾ। ਮਾਲੋ ਬਸ ਉਹ ਕਦੇ ਨਾ ਲੈਣ ਵਾਲਾ ਮੇਰਾ ਤਾਪ ਤੇ ਹਰ ਮੁਸਲਮਾਨ ਦਾ ਤਾਪ। ਉਬਾਰਾ ਨਹੀਂ ਮੈਂ ਤਾਂ ਪੁੱਛਿਆ ਹੈ। ਮਾਲੋ ਜੇ ਨਿਰਾ ਪੁੱਛਿਆ ਹੀ ਤਾਂ ਗਿਆ ਕਿਉਂ ਨਹੀਂ ਹੈ। ਉਬਾਰਾ ਤੂੰ ਸੱਚਾ ਹੈ ਦਿਲ ਵਿੱਚ ਮੁਸਲਮਾਨੀ ਦੇ ਹੰਕਾਰ ਦਾ ਕੂੜਾ ਪਾਜ। ਮਾਲੋ ਮੇਰੇ ਵੀ ਸੀ, ਪਰ ਦਿਲ ਦੀ ਪੀੜ ਮੈਨੂੰ ਲੈ ਗਈ ਹਿੰਦੂ ਵੈਦ ਦੇ ਤਬੀਬ ਖਾਨੇ ਤੇ ਦਵਾ ਮੰਗਣ ਦੀ ਥਾਂ ਮੈਂ ਮੂਰਖ ਰੋਗੀ ਨੇ ਪਹਿਲੀ ਪੁੱਛ ਹੀ ਇਹੋ ਕੀਤੀ, ਹੇ ਸਾਈਂ ਦੇ ਲੋਕ ਦੱਸ ਵੱਡਾ ਹੈ ਹਿੰਦੂ ਕੇ ਮੁਸਲਮਾਨ ਹੈ ਵਡੇਰਾ। ਤਦ ਬੋਲੇ ਉਹ ਦੋਹਾਂ ਤੋਂ ਵਡੇਰਾ ਦਾਤਾ ਜੀ, ਇਸ ਪ੍ਰਸ਼ਨ ਦੇ ਕਰਨ ਵਾਲਾ ਛੁਟੇਰੇ ਦਿਲ ਵਾਲਾ ਹੈ, ਸਭ ਨਿੱਕਿਆਂ ਤੋਂ ਨਿੱਕਾ ਹੈ। ਬਾਕੀ ਰਹੇ ਹਿੰਦੂ ਮੁਸਲਮਾਨ, ਨਾ ਕੋਈ ਹਿੰਦੂ ਹੈ ਨਾ ਮੁਸਲਮਾਨ। ਇਹ ਸੁਣ ਕੇ ਮੈਂ ਧੁੱਕ ਉੱਠਿਆ ਹੈ ਮੈਂ ਨਿੱਕਾ, ਇੱਕ ਮੁਸਲਮਾਨ ਦੂਏ ਸ਼ੇਖ, ਤੀਏ ਸ਼ਰੇ ਫਿਕੇ ਦਾ ਉਸਤਾਦ, ਦਲੀਲ ਵਿੱਚ ਪੂਰਾ। ਮੈਂ ਨਿੱਕਾ
ਪਰ ਉਸ ਨੂਰੀ ਚਿਹਰੇ ਵਿੱਚੋਂ ਕੁਝ ਐਸਾ ਝਰਦਾ ਹੈ ਪਿਆਰਾ ਪਿਆਰਾ ਪਰ ਢਾਹ ਲੈਣ ਵਾਲਾ ਨੂਰ ਕਿ ਮੈਂ ਗੁੱਸਾ ਕੱਢ ਨਾ ਸਕਿਆ ਤੇ ਦੱਬੀ ਆਵਾਜ਼ ਵਿੱਚ ਬੋਲਿਆ, ਹਿੰਦੂ ਤੁਰਕ ਨਹੀਂ ਜੇ ਕੋਈ, ਕਿਉਂ ਖੁਦਾਏ ਸਿਰਜੇ ਇਹ ਦੋਈ। ਤਦ ਉਸ ਜਲਾਲ ਨੇ ਸਹਿਜ ਨਾਲ ਆਖਿਆ, ਸਾਰੇ ਸਰੀਰ ਇੱਕ ਮਿੱਟੀ ਤੋਂ ਬਣੇ ਹਨ, ਇੱਕ ਰੱਬ ਨੇ ਬਣਾਏ ਹਨ, ਇੱਕ ਜੋਤ ਸਭ ਵਿੱਚ ਪਾਈ ਹੈ। ਨਾ ਜੋਤ ਦਾ ਨਾਮ ਨਾ ਸਰੀਰ ਦਾ ਨਾਮ ਹਿੰਦੂ ਕਿ ਮੁਸਲਮਾਨ ਹੈ। ਕਿਸੇ ਬਨ ਵਿੱਚ ਦੋ ਮਾਵਾਂ, ਇੱਕ ਹਿੰਦੂ ਇੱਕ ਮੁਸਲਮਾਨ, ਆਪਣੇ ਬੱਚੇ ਜਾਣ ਕੇ ਸਿੱਟ ਆਈਆਂ ਹੋਣ ਤਾਂ ਕਿਸ ਨੂੰ ਹਿੰਦੂ ਤੇ ਕਿਸ ਨੂੰ ਮੁਸਲਮਾਨ ਕਹੇਗਾ। ਜਿਸ ਸ਼ੈ ਦਾ ਅਸਲ ਵਿੱਚ ਫਰਕ ਹੀ ਕੋਈ ਨਹੀਂ, ਉਸ ਦੀ ਕੀ ਵਡਿਆਈ ਤੇ ਕੀ ਛੁਟਿਆਈ। ਨੱਕ ਕੰਨ ਮੂੰਹ ਦੋਹਾਂ ਦਾ ਇੱਕੋ ਜਿਹਾ ਹੈ। ਹਾਂ, ਜਦ ਮਾਪਿਓ ਦਾ ਪਤਾ ਲਾ ਲੇਗਾ ਤਾਂ ਕਹੇਗਾ ਕਿ ਇਹ ਹਿੰਦੂ ਹੈ ਤੇ ਇਹ ਮੁਸਲਮਾਨ ਹੈ। ਤਾਂ ਵੇਖ, ਹਿੰਦੂ ਮੁਸਲਿਮ ਮਨੋਤ ਹੈ, ਦੋਹਾਂ ਦੀ ਮਨੋਤ ਹੈ ਤੇਰੀ। ਮਨੋਤ ਮਾਤਰ ਦੀ ਕੀ ਵੱਡਿਤ ਤੇ ਕੀ ਛੁਟਿਤ। ਫਿਰ ਇੱਕ ਮੁਸਲਮਾਨ ਕਹਾਉਂਦਾ ਹੈ ਪਰ ਹੈ ਹੰਕਾਰੀ ਪੱਥਰ ਦਿਲ, ਜ਼ਾਲਮ ਦੁੱਖਦਾਤਾ ਝੂਠਾ ਬੇਈਮਾਨ। ਕੀ ਮੁਸਲਮਾਨ ਨਾਮ ਘੜਨ ਵਾਲਾ ਉਸ ਨੂੰ ਮੁਸਲਮਾਨ ਕਹੇਗਾ? ਕਿ ਹਿੰਦੂ ਨਾਮ ਦੇਣ ਵਾਲਾ ਕਿਸੇ ਨਿਰਦਈ ਛਲੀਏ ਖੁਦਗਰਜ਼ ਧਰਮਹੀਨ ਨੂੰ ਹਿੰਦੂ ਕਹੇਗਾ? ਕੀ ਤੂੰ ਕਹੇਗਾ? ਮੈਂ ਕਿਹਾ, ਜੀ ਨਹੀਂ। ਫਿਰ ਕਹਿਣ ਲੱਗੇ, ਵੱਡੇ ਛੋਟੇ ਦਾ ਵੇਰਵਾ ਕਰਨ ਦੀ ਲੋੜ ਹੀ ਉੱਠ ਗਈ। ਕੀ ਤੂੰ ਅਮਲਾ ਤੋਂ ਸਖਣੇ ਮੁਸਲਮਾਨ ਦੀ ਸਿਫਾਰਿਸ਼ ਕਰਨ ਨੂੰ ਤਿਆਰ ਹੈ? ਮੈਂ ਕਿਹਾ, ਹਜ਼ੂਰ ਨਹੀਂ। ਫਿਰ ਕਹਿਣ ਲੱਗੇ ਕਿ ਤੂੰ ਅਮਲਾ ਵਾਲੇ ਕਰਨੀ ਵਾਲੇ ਹਿੰਦੂ ਨੂੰ ਪਾਪੀ ਕਹਿ ਸਕਦਾ ਹੈ? ਮੈਂ ਕਿਹਾ, ਜਿਉਂ ਜੀ ਕਦੇ ਨਹੀਂ। ਤਾਂ ਕਹਿਣ ਲੱਗੇ, ਤੂੰ ਸਾਥੋਂ ਪੁੱਛਿਆ ਹੀ ਕੀ ਹੈ? ਇਹ ਉਹਨਾਂ ਦਾ ਪ੍ਰਸ਼ਨ ਸੀ ਕਿ ਮੇਰੀ ਜਾਗ ਖੁੱਲ੍ਹਣੀ ਸੀ। ਮੇਰੇ ਅੰਦਰ ਇੱਕ ਚਮਤਕਾਰ ਵੱਜਾ ਕਿ ਮੈਂ ਕਿੱਥੇ ਭੁੱਲਾ ਰਿਹਾ, ਕਿਸ ਮੁਸਲਮਾਨੀ ਹੰਕਾਰ ਨੇ ਮੇਰਾ ਅੰਦਰ ਖਾ ਛੱਡਿਆ। ਨਾ ਅਸਲ ਵਿੱਚ ਕੋਈ ਫਰਕ, ਨਾ ਕਰਮ ਵਿੱਚ ਕੋਈ ਫਰਕ, ਨਾ ਅਮਲਾਂ ਦੇ ਫਲ ਵਿੱਚ ਕੋਈ ਫਰਕ। ਫਰਕ ਸਮਝ ਵਿੱਚ, ਵੱਡਿਤ ਛੁਟਿਤ ਦੇ ਹੰਕਾਰ ਵਿੱਚ। ਮੈਂ ਆਪੇ ਵਿੱਚ ਦੀ ਸ਼ਰਮ ਨਾਲ ਦਿਲ ਦੀ ਮੈਲ ਤੋਂ ਨਿਖਰਫੇ ਸਾਫ਼ ਹੋ ਰਿਹਾ ਸਾਂ ਕਿ ਆਪ ਨੇ ਇੱਕ ਅਜੀਬ ਨਜ਼ਰ ਨਾਲ ਮੇਰੇ ਵੱਲ ਤੱਕਿਆ। ਮੈਨੂੰ ਇੱਕ ਝਰਨਾਟ ਛਿੜੀ, ਇੱਕ ਕੰਬਣੀ ਆਈ ਤੇ ਉਹ ਖਾਕ ਦੀ ਕਫਨੀ ਪਾਈ ਬੈਠੇ ਮੈਨੂੰ ਮੇਰੇ ਜਿਹੇ ਲੱਗਣ ਵਾਲੇ ਦਾਤੇ ਨੂਰ ਦਾ ਬੁੱਕਾ ਤੇ ਅੱਗ ਦਾ ਅਲਾਂਬਾ ਹੋ ਦਿਸੀ। ਕੁਝ ਉਹਨਾਂ ਵੱਲੋਂ ਕਿਰਨਾਂ ਵਰਗੇ ਸੁਹਾਵੇ ਤੀਰ ਆਏ ਜੋ ਵਿੰਨ ਗਏ ਨਜ਼ਰਾਂ ਮੇਰੀਆਂ ਤੇ ਕੁੱਬ ਗਏ ਮੇਰੇ ਦਿਲ। ਮੈਂ ਢਹਿ ਪਿਆ ਚਰਨਾਂ ਉੱਤੇ ਤੇ ਮੁਸਲਮਾਨੀ ਸ਼ੇਖੂਕੀਅਤ ਇਲਮ ਦਾ ਖਾਨ ਤੇ ਦਲੀਲ ਦਾ ਹੰਕਾਰ ਵਿਛਾ ਦਿੱਤਾ ਸੋਹਣੀ ਸੋਹਣੀ ਤੂੜੀ ਉੱਤੇ। ਦੇਖ ਸੋਹਣਿਆ ਕੀ ਵਰਤੀ ਉਹਨਾਂ ਯੁਮਨ ਵਾਲੇ ਕਦਮਾਂ ਨਾਲ ਮੇਰਾ ਮੱਥਾ ਛੂੰਦਿਆਂ ਸਾਰ ਮੇਰੀ ਜ਼ੁਬਾਨ ਫਰਕ ਪਈ, ਵਾਹਿਗੁਰੂ ਵਾਹਿਗੁਰੂ ਦੀ ਰਵਾਨੀ ਹੋ ਪਈ। ਮੇਰੇ ਲੂ ਭਰ ਗਏ ਕਿਸੇ ਲਫ਼ਜ਼ ਦੀ ਗੂੰਜ ਨਾਲ, ਮੇਰੇ ਆਪੇ ਵਿੱਚ ਭਰ ਗਿਆ ਇੱਕ ਸਰੂਰ, ਰਸ, ਸਵਾਦ, ਸਿਰ ਉਜਲਤਾ ਦਾ ਹੋ ਗਿਆ ਕਚਕੋਲ। ਮੇਰਾ ਅੰਦਰਲਾ ਮੈਨੂੰ ਆਖੇ, ਇਹੋ ਹੈ ਰੂਹਾਨੀ ਜ਼ਿੰਦਗੀ। ਮੈਨੂੰ ਪਾਸੇ ਮੈਂ ਜਿਉ ਪਿਆ ਹਾਂ, ਮੇਰਾ ਅੰਦਰਲਾ ਕਹੇ, ਮੰਨ ਲਓ ਹੁਣ ਤੂੰ ਜਿਉ ਪਿਆ। ਮੈਂ ਸਿਰ ਚਾਇਆ, ਚਿਹਰਾ ਤੱਕਾਂ, ਚਿਹਰੇ ਤੋਂ ਨੂਰ ਝਰੇ, ਅੱਖਾਂ ਤਾਬ ਨਾ ਲਿਆਉਣ। ਮੈਂ ਆਖਾਂ, ਇਹ ਫਕੀਰ ਹੈ। ਦਿਲ ਕਹੇ, ਨਹੀਂ ਓਏ ਕਾਫਰਾ। ਮੈਂ ਕਿਹਾ, ਮਨਾ, ਇਹ ਪੈਗੰਬਰ ਹੈ। ਦਿਲ ਕਹੇ, ਨਹੀਂ ਓਏ ਮੁਸ਼ਰਿਕਾ। ਮੈਂ ਕਿਹਾ, ਇਹ ਨੂਰ ਹੈ ਅੱਲਾ ਦਾ। ਦਿਲ ਕਹੇ, ਕਿਉਂ ਤੂੰ ਮੁਲਹਿਦ ਹੋ ਰਿਹਾ ਹੈ? ਮੈਂ ਕਿਹਾ, ਇਹ ਕੌਣ ਹੈ, ਕੌਣ ਹੈ, ਕੌਣ ਹੈ? ਮੇਰੇ ਕੰਨਾਂ ਵਿੱਚ ਇਲਾਹੀ ਨਾਦ ਆਇਆ, ਮਾਲੋ ਇਹ ਆਪ ਹੈ। ਸੋ ਸੱਜਣਾ, ਮੈਂ ਆਪ ਦਾ ਦਰਸ਼ਨ ਪਾਇਆ, ਮੈਂ ਹਜ਼ੂਰੀ ਦੀ ਹਾਜ਼ਰੀ ਪਾਈ, ਮੈਂ ਜਿਉ ਪਿਆ। ਤੂੰ ਮੁਸਲਮਾਨ ਹੈ, ਮੈਨੂੰ ਕਾਫਰ ਕਹੇਗਾ, ਜੀ ਸਦਕੇ ਆਖ, ਮੈਂ ਸੁਣਾਂਗਾ, ਖੁਸ਼ ਹੋਵਾਂਗਾ। ਉਬਾਰਾ ਇਸ ਵੇਲੇ ਅੱਖਾਂ ਮੀਟ ਕੇ ਸੁਣ ਰਿਹਾ ਸੀ। ਬੰਦ ਨੈਣਾਂ ਵਿੱਚੋਂ ਮੋਤੀਆਂ ਦੇ ਵਾਂਗੂ ਡਲਕਦੇ ਟੇਪੇ ਕਿਸੇ ਪਿਆਰ ਦੇ ਸੋਮਿਆਂ ਤੋਂ ਨਿਖਰ ਕੇ ਆਏ, ਤਿਲਕ ਤਿਲਕ ਡਿੱਗ ਰਹੇ ਸਨ। ਜਵਾਬ ਕੌਣ ਦਿੰਦਾ? ਮੰਨ ਲਓ, ਅੱਲਾ ਦੇ ਦਰ ਕਬੂਲ ਹੋਣ ਵਾਲੀ ਮੁਟਿਆਰੇ। ਮੈਂ ਵਿਗੜ ਕੇ ਸੋਰੇ ਮਨ ਵਿੱਚ ਫੇਰ ਇੱਕ ਹੁਜਰ ਫੁਰੀ ਕਿ ਸਾਈਂ ਦੇ ਦਰ ਮਾਨ ਕੀਕੂ ਮਿਲਦਾ ਹੈ, ਮੈਨੂੰ ਉੱਥੇ ਆਦਰ ਕੀਕੂ ਮਿਲੇਗਾ। ਤਦ ਉਸੇ ਦੌਦੀ ਇਲਹਾਨ, ਨਹੀਂ ਨਹੀਂ, ਲੱਖਾਂ ਦੌਦਾਂ ਤੋਂ ਸੋਹਣੇ ਸੁਰੀਲੇ ਮੋਹ ਲੈਣ ਵਾਲੇ ਰੱਬੀ ਗਲੇ 'ਚੋਂ ਨਾਦ ਹੋਇਆ, ਇੱਕ ਤਿਲ ਪਿਆਰਾ ਵਿਸਰੇ ਰੋਗ ਵੱਡਾ ਮਨ ਮਾਹੇ, ਕਿਉ ਦਰਗੇ ਪਤ ਪਾਈਏ, ਜਾ ਹਰ ਨਾ ਵਸੇ ਮਨ ਮਾਹੇ, ਗੁਰ ਮਿਲੀਏ ਸੁਖ ਪਾਈਏ, ਅਗਨ ਮਰੇ ਗੁਣ ਮਾਹੇ। ਮਾਲੋ ਨੈਣ ਭਰ ਕੇ, ਵਾਹ ਵਾਹ ਗੁਰੂ ਨਾਨਕ, ਵਾਹੇ ਗੁਰੂ ਨਾਨਕ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਉਬਾਰਾ, ਹੈ ਤਾਂ ਗੁਸਤਾਖੀ ਇਸ ਵੇਲੇ ਕੁਝ ਕਹਿਣਾ, ਪਰ ਜੇ ਖੇਚਲ ਨਾ ਹੋਵੇ ਤਾਂ ਜੋ ਸੁਣਾਇਆ, ਜੇ ਕੁਝ ਮਾਇਨੇ ਵੀ ਦਿਓ, ਮੈਂ ਸਾਰ ਨਹੀਂ ਸਮਝਿਆ। ਮਾਲੋ ਨੇ ਸ਼ਬਦ ਦੇ ਅਰਥ ਕਰ ਸੁਣਾਵੇ। ਉਬਾਰਾ, ਵਾਹ ਵਾਹ ਸੱਜਣਾ, ਕਿਹੜੇ ਬਰਫਾਨੀ ਦੇਸ਼ ਦੇ ਪਤੇ ਲਾ ਰਿਹਾ ਹੈ, ਠੰਡ ਹੀ ਠੰਡ।
ਮਾਲੋ ਖੁਨਕ ਨਾਮ ਖੁਦਾਇਆ ਠੰਡ ਹੀ ਠੰਡ। ਉਬਾਰਾ ਆਪਣਾ ਨਾ ਸਾਨੂੰ ਵੀ ਬਰਫਾਨੀ ਚੋਟੀਆਂ ਦੇ ਕਦਮਾਂ ਵਿੱਚ। ਮਾਲੋ ਪੁੱਛਿਆ ਰਾਹ ਲੱਭਦਾ ਹੈ, ਟੁਰੀਦਾ ਆਪਣੇ ਹੀ ਪੈਰੀ ਹੈ, ਅਪੜੀਂਦਾ ਆਪ ਹੀ ਹੈ। ਨੈਣਾ ਆਪਣਿਆਂ ਨਾਲ ਹੀ ਰੱਜਦਾ ਤੇ ਤ੍ਰਿਪਤਦਾ ਹੈ, ਆਪਾ ਹੀ ਰਸ ਵਿੱਚ ਮਗਨ ਹੁੰਦਾ। ਪਿਆਰ ਮਿੱਤਰਤਾ ਆਪੇ ਵਿੱਚ ਮੇਲ ਹੈ, ਪਰ ਹਰ ਵਜੂਦ ਇਸ ਵਿਤਕਰੇ ਦੇ ਦੇਸ਼, ਇਸ ਦੁਨੀਆ ਵਿੱਚ ਆਪਣੇ ਆਪਣੇ ਟਿਕਾਣੇ, ਆਪਣੇ ਆਪ ਵਿੱਚ ਸੁੱਖ ਦੁੱਖ ਦਾ ਭਾਗੀ ਆਪ ਹੀ ਹੁੰਦਾ ਹੈ। ਸ਼ੁਭ ਖਿਆਲ ਭਲੀ ਚਿਤਵਨੀ ਤਾਂ ਪਿਆਰ ਦਾਨ ਕਰਦਾ ਹੈ ਅਤੇ ਆਪ ਖੇਚਲ ਝੱਲ ਕੇ ਪਿਆਰੇ ਨੂੰ ਸੁੱਖ ਦਾ ਸਮਾਨ ਵੀ ਕਰ ਦਿੰਦਾ ਹੈ। ਰਾਹ ਦੱਸ ਦਿੰਦਾ ਹੈ, ਸਹਾਇਤਾ ਕਰ ਦਿੰਦਾ ਹੈ, ਪਰ ਟੁਰਨਾ ਆਪ ਹੀ ਪੈਂਦਾ ਹੈ। ਸੱਜਣਾ ਸੋਚ ਕੇ ਵੇਖ, ਜਿਸ ਨੂੰ ਪੀੜ ਹੈ ਉਸੇ ਨੂੰ ਹੈ। ਦਵਾ ਦਾਰੂ ਸੇਵਾ ਹਿੱਤ ਸੱਜਣ ਕਰਦੇ ਹਨ, ਪਰ ਪੀੜ ਵਾਲੇ ਥਾਂ ਦਰਦ ਵਾਲੇ ਮੁਕਾਮ ਕੋਈ ਨਹੀਂ ਅੱਪੜਦਾ। ਉੱਥੇ ਜਿਉੜਾ ਆਪ ਇਕੱਲਾ ਹੀ ਦੁੱਖ ਭੋਗਦਾ ਹੈ। ਤਿਵੇਂ ਸੁੱਖ ਦਾ ਅਹਿਸਾਸ ਵੀ ਆਪਣਾ ਆਪਾ ਹੀ ਕਰਦਾ ਹੈ, ਨਿਰਾ ਆਪਣਾ ਆਪਾ। ਉਬਾਰਾ ਉਫ ਠੀਕ ਕਿਹਾ ਨੇ, ਫਿਰ ਨਾਲ ਹੀ ਚੱਲ ਦਰ ਤੱਕ ਅਪੜਾ ਦੇ। ਇਹ ਗੁਮਾਨੀ ਸਿਰ ਆਪਣੇ ਮਹਿੰਦੀ ਰੰਗੇ ਹੱਥਾਂ ਨਾਲ ਫੜ ਕੇ ਕਦਮਾਂ ਨਾਲ ਛੁਆ ਦੇ। ਮਾਲੋ ਸੁਣ ਮਿੱਤਰਾ, ਇੱਕ ਗੱਲ ਰਾਜ਼ ਦੀ, ਇਕੱਲਾ ਆਇਆ ਹੈ ਜਿਉੜਾ ਉਸਦੇ ਦੋਸੋਂ, ਜਾਏਗਾ ਇਕੱਲਾ ਉਸਦੇ ਦੇਸ਼ ਨੂੰ, ਠੀਕ ਹੈ ਨਾ? ਸੋ ਅੱਲਾਹ ਵਾਲਿਆਂ ਦੇ ਦੇਸ਼ ਵੀ ਇਕੱਲਿਆਂ ਹੀ ਜਾਈਦਾ ਹੈ। ਹਾਂ, ਅੱਲਾਹ ਵਾਲਿਆਂ ਨੂੰ ਮਿਲਣ ਲੱਗਿਆ ਨਾਲ ਨਹੀਂ ਖੜੀਦਾ ਕਿਸੇ ਨੂੰ। ਉਬਾਰਾ ਠੀਕ, ਪਰ ਮੈਂ ਕੁਛ ਸੰਗਦਾ ਹਾਂ। ਮਾਲੋ ਇਸ ਸਾਡੇ ਅੰਦਰਲੇ ਵਿੱਚ ਕਈ ਕਸਰਾਂ ਹਨ, ਪਰ ਭੋਲਿਆ ਕਦੇ ਵੈਦ ਦੇ ਜਾਂਦਿਆਂ ਵੀ ਸੰਗੀਦਾ ਹੈ। ਪੀੜ ਸਾਰੀਆਂ ਸੰਗਾਂ ਦੇ ਘੁੰਡ ਲਾ ਦਿੰਦੀ ਹੈ। ਹਾਂ ਜਾਵੀ ਤਾਂ ਇਕੱਲਿਆ ਜਾਵੀਂ, ਪਰ ਮਰੀਜ਼ ਵਾਂਗੂ ਜਾਵੀਂ। ਸਿਆਣਾ ਮਰੀਜ਼ ਤਬੀਬ ਪਾਸ ਇਕਾਂਤ ਵੇਖ ਕੇ ਜਾਂਦਾ ਹੈ ਤੇ ਲੱਗਦੇ ਚਾਰੇ ਇਕੱਲਾ ਜਾਂਦਾ ਹੈ, ਦੁੱਖ ਸੁੱਖ ਜੋ ਸਾਰਾ ਦੱਸਣਾ ਹੋਇਆ। ਉਬਾਰਾ ਅੱਛਾ ਸੱਜਣਾ, ਠੰਡਾ ਸਾਹ ਲੈ ਕੇ। ਅਜੀਬ ਉਦਾਸੀ ਹੈ, ਅਲੋਕਾਰ ਦਾ ਉਦਰੇਵਾ ਹੈ। ਇਹ ਜੱਗ ਉਦਰੇਵਾ ਹੀ ਉਦਰੇਵਾ। ਸਾਰੇ ਮਿਲੇ ਬੈਠੇ ਹਨ, ਮਾਂ ਪੁੱਤ, ਭੈਣ ਭਾਈ, ਵੋਟੀ ਗੱਭਰੂ, ਮਿੱਤਰ, ਸਾਰੇ ਸਮਝਦੇ ਹਨ ਇੱਕ ਹੋਏ ਹੋਏ ਹਾਂ, ਪਰ ਹਨ ਸਾਰੇ ਵੱਖੋ ਵੱਖ। ਆਪਣੇ ਆਪ ਵਿੱਚ ਸਭ ਕੋਈ ਬੰਦ ਹੈ, ਜਿਵੇਂ ਅੰਡਾ ਛਿੱਲੜ ਵਿੱਚ। 10 ਇਕੱਠੇ ਪਏ ਅੰਡਿਆਂ ਵਾਂਗ ਸਾਰੇ ਇਕੱਠੇ, ਪਰ ਸਾਰੇ ਵੇਕੀ ਵੇਕੀ, ਵੱਖ ਵੱਖ ਹਾਂ, ਕੋਈ ਕਿਸੇ ਦਾ ਨਹੀਂ। ਸਭ ਕੋਈ ਸਭ ਕਿਸੇ ਦਾ ਆਪਣਾ ਬੰਦਾ ਹੈ, ਪਰ ਆਪਣਤ ਦੇ ਮਰਕਜ਼ ਤੇ ਕੋਈ ਪਰਦੇ ਪਾੜ ਕੇ ਅੱਪੜ ਨਹੀਂ ਸਕਦਾ। ਓਹੋ ਜਗਤ ਕੀ ਹੈ, ਉਦਾਸੀਨਤਾ, ਉਪਰਾਮਤਾ, ਉਦਰੇਵਾ ਹੈ ਇਸ ਦੇ ਹਰ ਰੰਗ ਵਿੱਚ, ਪਰ ਕਦੇ ਵਿਚਾਰ ਨਹੀਂ ਉਪਜਦੀ। ਮਾਲੋ ਸੱਚ ਹੈ। ਸਾਖੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।